ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਦੇ ਨਾਲ ਪਹਿਲਾ ਹੀ ਸਵਾਲ ਹੈ ਕਿ ਯੂਪੀ ਦੇ ਵਿੱਚ ਜੇਕਰ ਵੇਖਿਆ ਜਾਵੇ ਤਾਂ 4 ਮਹੀਨਿਆਂ ਦੇ ਵਿੱਚ ਭਾਜਪਾ ਨੇ 3 ਮੰਤਰੀ ਬਦਲੇ ਨੇ। ਮੁੱਖ ਮੰਤਰੀ ਧਾਮੀ ਨੇ ਉਹਦਾ ਸੰਭਾਲਿਆ, ਹੁਣ ਭਾਜਪਾ ਨੇ ਇਹ ਕੀ ਚੱਕਰ ਆ, ਕੀ ਕਹਿਣਾ ਚਾਹੋਗੇ? ਉੱਤਰਾਖੰਡ ਕਿਸੇ ਵੇਲੇ ਯੂਪੀ ਦਾ ਹਿੱਸਾ ਹੁੰਦਾ ਸੀ। ਉੱਤਰ ਪ੍ਰਦੇਸ਼ ਦੀ ਉੱਤਰਾਖੰਡ ਨੂੰ ਲਾਂਘੇ ਕਰਕੇ ਤੇ ਉੱਥੇ ਵੱਖਰੀ ਸਟੇਟ ਬਣਾਈ ਗਈ ਜਿੱਥੇ ਇਸ ਵੇਲੇ 70 ਸੀਟਾਂ ਨੇ। 2017 ਜਿਹੜੀ ਚੋਣ ਹੋਈ ਉੱਥੇ ਭਾਜਪਾ ਨੇ 70 ਤੋਂ 56 ਸੀਟਾਂ ਜਿੱਤ ਕੇ ਜਿਹੜੀ ਸੀ ਆਪਣੀ ਬਹੁਮਤ ਨਾਲ ਸਰਕਾਰ ਬਣਾਈ ਤੇ ਉਸ ਸਮੇਂ ਸਾਡੇ ਮੋਦੀ ਸਾਹਿਬ ਨੇ ਕੀ ਕਿਹਾ ਸੀ, ਪ੍ਰਧਾਨ ਮੰਤਰੀ ਸਾਹਿਬ ਨੇ, ਇਹ ਡਬਲ ਇੰਜਨ ਦੀ ਸਰਕਾਰ ਹੈ। ਮੁੱਖ ਮੰਤਰੀ ਬਣਾਏ ਤ੍ਰਿਵੇਂਦਰ ਸਿੰਘ ਰਾਵਤ ਜਿਹੜੇ ਨੇ, ਪਰ ਉਹਨਾਂ ਨੇ ਜਿਹੜੇ ਉੱਥੇ ਟਿੱਪਣੀਆਂ ਕੀਤੀਆਂ ਉੱਤਰਾਖੰਡ ਦੇ ਜਿਹੜੇ ਸਾਡੇ ਗੁਰੂਕੁਲ ਵਾਲੇ ਦੇ ਪ੍ਰਤੀ ਸੀ, ਉਹ ਉਹਦੇ ਕਿਸੇ ਨੂੰ ਹਜ਼ਮ ਨਹੀਂ ਹੋਈ ਹੈ। ਆਖਿਰਕਾਰ ਉਹਨਾਂ ਨੂੰ ਲਾਂਭੇ ਕਰਨਾ ਪਿਆ ਤੇ ਉਹਨਾਂ ਦੇ ਖਿਲਾਫ ਉਹਨਾਂ ਦੀ ਥਾਂ ਤੇ ਤੀਰਥ ਸਿੰਘ ਰਾਵਤ ਨੂੰ ਬਣਾਇਆ ਗਿਆ। ਤੀਰਥ ਸਿੰਘ ਰਾਵਤ ਉੱਥੇ ਵਿਧਾਇਕ ਨਹੀਂ, ਉਹ ਮੈਂਬਰ ਪਾਰਲੀਮੈਂਟ ਨੇ। ਉਹਨਾਂ ਨੂੰ ਬਣਾਇਆ ਕਿਉਂ ਗਿਆ? ਜਦੋਂ ਪਤਾ ਸੀ ਇਹ ਵਿਧਾਇਕ ਦੀ ਤੇ ਚੋਣ ਦੁਬਾਰਾ ਨਹੀਂ ਹੋ ਸਕਦੀ, ਕੋਈ ਸਾਲ ਤੋਂ ਘੱਟ ਸਮਾਂ ਰਹਿੰਦਾ ਵਾ, ਪਹਿਲੀ ਗੱਲ 8 ਮਹੀਨੇ ਸਮਾਂ ਘੱਟ ਰਹਿੰਦਾ ਵਾ, ਦੁਬਾਰਾ ਇੱਥੇ ਜਿਹੜੀ ਬਾਈ ਇਲੈਕਸ਼ਨ ਨਹੀਂ ਹੋ ਸਕਦੀ। ਬਣਾਇਆ ਕਿਉਂ ਗਿਆ? ਬਣਾਇਆ ਇਸ ਕਰਕੇ ਗਿਆ ਸੀ ਵੀ 6 ਮਹੀਨੇ ਪਹਿਲਾਂ ਚੋਣ ਕਰਾ ਕੇ ਇੱਥੋਂ ਦੀ ਜਿਹੜੀ ਆ ਤੀਰਥ ਸਿੰਘ ਰਾਵਤ ਮੁੱਖ ਮੰਤਰੀ ਬਣਿਆ ਰਹਿ ਗਿਆ ਤੇ ਅਸੀਂ ਆਪਣਾ ਕੰਮ ਵੀ ਕਰ ਲਾਂਗੇ। ਲੇਕਿਨ ਜਿਹੜੀ ਇਹਨਾਂ ਦੀ ਭਾਜਪਾ ਵਾਲਿਆਂ ਦੀ ਉੱਥੋਂ ਸਰਕਾਰ ਦੀ ਜਿਹੜੀ ਆ ਕੁੰਭ ਮੇਲੇ 'ਚ ਜੋ ਕੁਛ ਹੋਇਆ, ਉਸ ਤੋਂ ਬਾਅਦ ਜਦੋਂ ਇਕੱਠ ਹੋਇਆ ਵਾ, ਉਹਦੇ ਉੱਤੇ ਜਿੰਨੀ ਕਿ ਖਿਲੀ ਉੱਤਰਾਖੰਡ ਸਰਕਾਰ ਦੀ ਉੱਡੀ, ਉਹਦੇ ਤੇ ਭਾਜਪਾ ਕੋਲ ਕੋਈ ਜਵਾਬ ਕੋਈ ਨਹੀਂ। ਹੁਣ ਤੀਰਥ ਸਿੰਘ ਰਾਵਤ ਨੂੰ ਬਦਲਣਾ ਪੈਣਾ ਸੀਗਾ। ਹਾਲੀ ਕਿ ਤੀਰਥ ਸਿੰਘ ਰਾਵਤ ਸਤੰਬਰ ਤੱਕ ਚੱਲ ਸਕਦਾ ਸੀ ਕਿਉਂਕਿ ਕਾਨੂੰਨ ਦੇ ਮੁਤਾਬਕ 6 ਮਹੀਨੇ ਬਿਨਾਂ ਚੁਣਿਆ ਹੋਇਆ ਬੰਦਾ ਮੁੱਖ ਮੰਤਰੀ ਰਹਿ ਸਕਦਾ। ਹੁਣ ਭਾਜਪਾ ਨੇ ਸੋਚਿਆ ਕਿ ਅਸੀਂ ਇਸ ਸਿਚੁਏਸ਼ਨ ਦੇ ਵਿੱਚ ਨਹੀਂ ਕਿ 6 ਮਹੀਨੇ ਪਹਿਲਾਂ ਚੋਣ ਕਰਾ ਲਈਏ ਕਿ ਉਹ ਹਾਲਾਤ ਉੱਥੋਂ ਦੇ ਸਾਜ਼ਗਰ ਨਹੀਂ। ਦੂਜੇ ਪਾਸੇ ਰਾਹੁਲ ਗਾਂਧੀ ਨੇ ਦਬਕਾ ਮਾਰਿਆ, ਭਾਈ ਤਕੜੇ ਹੋ ਜਾਓ, ਆਪਾਂ ਉੱਤਰਾਖੰਡ ਤੇ ਕਬਜ਼ਾ ਕਰਨਾ ਹੈ। ਹਾਲਾਤ ਵੀ ਇੱਦਾਂ ਦੇ ਬਣੇ ਪਏ ਨੇ। ਹੁਣ ਉਹਨਾਂ ਨੇ ਕੀ ਕੀਤਾ ਕਿ ਤੀਰਥ ਸਿੰਘ ਰਾਵਤ ਨੂੰ ਕਿਹਾ ਤੂੰ ਅਸਤੀਫਾ ਦੇ ਦੇ ਤੇ ਉੱਥੇ ਧਾਮੀ ਨੂੰ ਬਣਾਤਾ। ਪੁਸ਼ਕਰ ਸਿੰਘ ਧਾਮੀ ਜਿਹੜੇ 45 ਸਾਲ ਦੀ ਉਮਰ ਦੇ ਸਭ ਤੋਂ ਛੋਟੀ ਉਮਰ ਦਾ ਉੱਥੋਂ ਦੇ ਮੁੱਖ ਮੰਤਰੀ ਬਣਿਆ ਤੇ ਪੁਰਾਣੇ ਖੁੱਡ ਦੇ ਵਿਰੋਧ 'ਚ ਆ ਗਏ। ਖੈਰ ਚਲੋ ਹਾਈ ਕਮਾਂਡ ਦੇ ਕਹਿਣ ਤੇ ਉਹਦੇ ਵੱਲੋਂ ਪੁਲਿਸ ਜਿਹੜੀ ਉਹ ਚੁੱਪ ਤੇ ਕਰ ਗਏ ਆ। ਲੇਕਿਨ ਇੱਕ ਸਟੇਟ ਏਡੀ ਛੋਟੀ ਸਟੇਟ ਦੇ ਵਿੱਚ ਜੇ ਏਡੀ ਵੱਡੀ ਪਾਰਟੀ ਨੂੰ ਜਿਹੜੀ ਇਹ ਕਹਿੰਦੀ ਆ ਕਿ ਮੇਰੇ 14 ਕਰੋੜ ਫਾਲੋਅਰ ਨੇ ਇੰਡੀਆ ਦੇ ਵਿੱਚ, 14 ਕਰੋੜ ਵਰਕਰ ਨੇ, ਮੈਂ ਹਰ ਇਲੈਕਸ਼ਨ ਜਿਹੜੀ ਆ ਹਰ ਬੂਥ ਪੱਧਰ ਤੇ ਲੜਨਾ ਜਾਣਦਾ, ਉਸ ਪਾਰਟੀ ਨੂੰ ਏਡਾ ਵੱਡਾ ਧੱਕਾ ਲੱਗਾ ਤੇ ਹੁਣ ਉੱਥੇ ਪੁਸ਼ਕਰ ਸਿੰਘ ਧਾਮੀ ਬਣਾਇਆ ਤੇ ਹੁਣ ਚੋਣਾਂ ਵੀ ਉੱਥੇ ਅਗਲੇ ਫਰਵਰੀ 'ਚ ਡਿਊ ਹੈਗੀਆਂ ਨੇ ਤੇ ਬਣਦਾ ਕੀ ਹੈ ਕੀ ਨਹੀਂ ਬਣਦਾ ਤੇ ਸਮਾਂ ਦੱਸੇਗਾ। ਲੇਕਿਨ ਇਹ ਭਾਜਪਾ ਦੀ ਬੜੀ ਨਾਕਾਮੀ ਰਹੀ ਕਿ 4 ਮਹੀਨਿਆਂ ਦੇ ਵਿੱਚ 3 ਮੁੱਖ ਮੰਤਰੀ ਉੱਥੇ ਬਦਲ ਪਏ ਜੀ। ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਸਿੱਟ ਅੱਗੇ ਪੇਸ਼ ਹੋਏ ਨੇ। ਪਤਾ ਲੱਗਾ ਕਿ 3 ਘੰਟੇ ਪੁੱਛ ਪੜਤਾਲ ਹੋਈ। ਕੀ ਕਹਿਣਾ ਚਾਹੋ? ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਪੇਸ਼ ਹੋਏ ਨੇ ਸਿੱਟ ਅੱਗੇ। ਉਹਨਾਂ ਪਹਿਲਾਂ ਕਿਹਾ ਸੀ ਮੈਂ ਫਰੀਦਕੋਟ ਨਹੀਂ ਜਾਣਾ। ਉਹ ਕੱਲ ਪੇਸ਼ ਹੋਏ ਜਾ ਕੇ ਸਰਕਟ ਹਾਊਸ 'ਚ ਜਦੋਂ ਪੇਸ਼ ਹੋਏ ਤੇ ਉਹਨਾਂ ਦੀ ਪੁੱਛ ਪੜਤਾਲ ਹੋਈ ਤੇ ਬਾਰ-ਬਾਰ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਉੱਥੇ ਕਿਵੇਂ ਗਏ, ਤੁਸੀਂ ਕਦੋਂ ਗਏ, ਕੀ ਉੱਥੇ ਹੋਇਆ। ਉਹ ਕਹਿੰਦੇ ਮੈਂ ਉਹੀ ਬਿਆਨ ਦਿੱਤੇ ਜਿਹੜੇ ਪਹਿਲਾਂ ਕਈ ਵਾਰੀ ਦੇ ਚੁੱਕਾ ਵਾ। ਕੁਛ ਲੋਕ ਕਹਿੰਦੇ ਸੀ ਤੁਸੀਂ ਨਾ ਜਾਓ ਜੀ, ਬਿਆਨ ਨਾ ਦਿਓ ਜੀ, ਤੇ ਫਿਰ ਕਹਿੰਦੇ ਸਾਨੂੰ ਇਨਸਾਫ ਕਿੱਥੋਂ ਮਿਲਣਾ? ਸਾਨੂੰ ਗਾਂ ਵੀ ਇਹ ਪੁੱਛਣਗੇ, ਅਸੀਂ ਜ਼ਰੂਰ ਜਾਵਾਂਗੇ, ਅਸੀਂ ਬਿਆਨ ਆਪਣੇ ਦਰਜ ਕਰਾਵਾਂਗੇ, ਲੇਕਿਨ ਇਨਸਾਫ ਦੀ ਆਸ ਵੀ ਛੱਡੀ ਨਹੀਂ। ਅਜੇ ਵੀ ਸਾਨੂੰ ਆਸ ਆ ਕਿ ਇਨਸਾਫ ਮਿਲੇਗੀ। ਲੇਕਿਨ ਇਹ ਗੱਲ ਸਪਸ਼ਟ ਕਰਦੇ ਆ ਕਿ ਜਿਸ ਦਿਨ ਪਹਿਲੀ ਕੁੱਟਮਾਰ ਹੋਈ ਸੀਗੀ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਧੂਮ ਕੇ ਇੱਕ ਜੀਪ ਸੁੱਟਿਆ ਗਿਆ ਸੀਗਾ, ਚੁੱਕ ਕੇ ਸੁੱਟਿਆ ਗਿਆ ਸੀ ਪੰਡ ਵਾਂਗੂ। ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂ ਉਸ ਮੋਰਚੇ 'ਚ ਨਹੀਂ ਗਏ। ਉਸ ਤੋਂ ਬਾਅਦ ਚੁੱਪ ਕਰਕੇ ਆਪਣੇ ਪਰਮੇਸ਼ਰ ਦੁਆਰ 'ਚ ਰਹੇ। ਹੁਣ ਵੀ ਉਹਨਾਂ ਕਿਹਾ ਸੀ ਵੀ ਪੁੱਛ ਪੜਤਾਲ ਕਰਨੀ ਮੇਰੇ ਕੋਲ ਪਰਮੇਸ਼ਰ ਦੁਆਰਾ ਵੀ ਕਰ ਲੂਗੇ, ਨਾ ਜਿੱਥੇ ਕਿਹਦੇ ਤੇ ਪੇਸ਼ ਹੋਣਾ ਪਏ। ਇਸ ਕਰਕੇ ਭਾਈ ਰਣਜੀਤ ਸਿੰਘ ਨੇ ਕਿਹਾ ਜੋ ਪੁੱਛਿਆ ਅਸੀਂ ਉਹਦੇ ਜਵਾਬ ਦੇ ਦਿੱਤੇ ਵੀ ਉੱਥੇ ਸਰਕਾਰ ਦੀ ਨਲਾਇਕੀ ਸੀ। ਸਰਕਾਰ ਨੂੰ ਜਦੋਂ ਕਹਿ ਦਿੱਤਾ ਗਿਆ ਸੀ, ਪੋਸਟਰ ਲੱਗੇ ਸੀ ਉੱਤੇ ਵੀ ਤੁਹਾਡਾ ਗੁਰੂ ਸਾਡੇ ਕਬਜ਼ੇ ਦੇ ਵਿੱਚ ਜਾਓ ਤੇਰੀ ਹਿੰਮਤ ਲੱਭ ਲਓ, ਤੇ ਫਿਰ ਸਰਕਾਰ ਕੀ ਕਰਦੀ ਸੀ? ਬਿਆਨ ਲਿਖਾਏ ਆਪਣੇ, ਠੋਕ ਠੋਕ ਕੇ ਲਿਖਾਏ। ਅਸੀਂ ਇਹ ਵੀ ਲਿਖਾਇਆ ਵੀ ਜਿੱਦਾਂ ਸਾਨੂੰ ਚੁੱਕ ਚੁੱਕ ਕੇ ਸੁੱਟਿਆ ਗਿਆ। ਅਸੀਂ ਇਹ ਵੀ ਲਿਖਾਇਆ ਵੀ ਜਦੋਂ ਅਸੀਂ ਕਿਹਾ ਵੀ ਵੇਖੋ ਭਾਈ ਆਪਣੀ ਸਾਰੀ ਰਾਤ ਗੱਲਬਾਤ ਚੱਲਦੀ ਰਹੀ ਆ, ਸਾਨੂੰ ਨਿਤਨੇਮ ਕਰ ਲੈਣ ਦਿਓ, ਫਿਰ ਜਿੱਥੇ ਕੋਲ ਚੱਲ ਜਾਗੇ। ਲੇਕਿਨ ਸਾਡੀ ਇੱਕ ਨਹੀਂ ਸੁਣੀ ਗਈ। ਸਾਨੂੰ ਉਸ ਤਰੀਕੇ ਨਾਲ ਜਿਵੇਂ ਅਸੀਂ ਕੋਈ ਹੁੰਦੇ ਨਾ ਪ੍ਰਵਾਸੀ ਵਿਦੇਸ਼ੀ ਵੀ ਫੜੇ ਹੋਣਗੇ ਗੁਲਾਮ, ਉਹ ਫੜੇ ਉਸ ਤਰ੍ਹਾਂ ਵਿਹਾਰ ਕੀਤਾ ਗਿਆ। ਉਹ ਕਹਿੰਦੇ ਸਾਰੀਆਂ ਗੱਲਾਂ ਲਿਖਾਈਆਂ ਉਹਨਾਂ ਨੇ, ਜਿਹੜੀ ਤੇ ਉਹਨਾਂ ਨੇ ਲਿਖਿਆ 3 ਘੰਟੇ ਉਹਨਾਂ ਨੇ ਮੇਰੇ ਨਾਲ ਪੁੱਛ ਪੜਤਾਲ ਕੀਤੀ ਤੇ ਆਪਾਂ ਹਰ ਗੱਲ ਦਾ ਸਵਾਲ ਦਾ ਜਵਾਬ ਦਿੱਤੇ। ਚਲੋ ਮਤਲਬ ਇਹ ਹੈ ਕਿ ਸਾਨੂੰ ਆਪਣਾ ਸਮਾਗਮ ਪੂਰਾ ਕਰ ਲੈਣ ਦਿਓ, ਸਾਨੂੰ ਸ਼ਬਦ ਬੰਦਗੀ ਕਰ ਲੈਣ ਦਿਓ, ਸਾਨੂੰ ਆਪਣੀ ਨਿੱਤ ਦੀ ਜਿਹੜੀ ਆ ਉਹ ਪ੍ਰਕਿਰਿਆ ਜਿਹੜੀ ਪੂਰੀ ਕਰ ਲੈਣ ਦਿਓ। ਅਸੀਂ ਉੱਠ ਕੇ ਜਿੱਦਾਂ ਤੁਸੀਂ ਕਹੋਗੇ ਉੱਦਾਂ ਕਰ ਲਾਂਗੇ, ਪਰ ਹੋਵੇ ਪੰਥਕ ਸਰਕਾਰ ਤੇ ਇਹ ਕੰਮ ਹੋ ਜਾਵੇ ਤੇ ਹੋਵੇ ਫਿਰ ਅਣਪਛਾਤੀ ਪੁਲਿਸ। ਤੇ ਬਾਰ-ਬਾਰ ਫਿਰ ਆਪਾਂ ਕਹਿ ਕੇ ਬਦਨਾਮ ਜੀ ਆਪਾਂ ਹੋ ਜਾਂਦੇ ਹਾਂ, ਕਿਉਂਕਿ ਮਤਲਬ ਮੈਨੂੰ ਲੱਗਦਾ ਕਿ ਸਾਡੀ ਕੌਮ ਦਾ ਨਾ ਜਿਹੜਾ ਲੀਡਰਸ਼ਿਪ ਆ ਨਾ ਉਹਦੇ ਤੇ ਵਾਜੇ ਵੱਜੇ ਹੀ ਵੱਜੇ ਆ, ਪਰ ਮੈਨੂੰ ਲੱਗਦਾ ਬਾਕੀਆਂ ਦੇ ਵੀ ਵਾਜੇ ਵੱਜਦੇ ਫਿਰਦੇ ਨੇ, ਜਿਹੜੇ ਚੰਦ ਅਣਖੀ ਨੇ ਨਾ ਜਿਹੜੇ, ਉਹਨਾਂ ਨੂੰ ਛੱਡ ਕੇ ਹੁਣ ਆਪਣੇ ਤੇ ਲਾ ਲੈਣਾ। ਮੈਨੂੰ ਹੁਣ ਜਿਹੜੀ ਉਹ ਗੱਲ ਕਹੀ ਨਾ ਅਗਲੇ ਨੇ ਅਟੈਕ ਵੀ ਤੁਹਾਡੇ ਹੀ ਪੀੜ੍ਹੀ ਤੇ ਵਾਰ ਕੇ ਨਾ, ਪੀੜ੍ਹੀ ਤੇ ਵਾਰ ਹੋ ਚੁੱਕਾ। ਮਾੜਾ ਜਿਹਾ ਕੋ ਉੱਠਦਾ ਉਹਨੂੰ ਗੁੰਮਰਾਹ ਕਰ ਦਿੱਤਾ ਜਾਂਦਾ, ਮਾੜਾ ਜਿਹਾ ਉੱਠਦਾ ਉਹਨੂੰ ਕੋਈ ਕੀੜੇ ਪਾਉਣੇ ਸ਼ੁਰੂ ਕਰ ਦਿੰਦੇ ਜਾਂਦੇ। ਜੇ ਕੋਈ ਸਹੀ ਹੈ ਤਾਂ ਉਹਨੂੰ ਪਛਾਣ ਹੀ ਨਹੀਂ ਹੈਗੀ। ਗਲਤ ਹੈ ਨਾ ਸਾਰੇ ਹੀ ਸਰਦਾਰ, ਜਿੱਥੇ ਮੈਂ ਖਲੋ ਗਿਆ ਉੱਥੇ ਖੜਨੋ। ਹਉਮੈ ਈਗੋ ਅਰਦਾਸ ਅਸੀਂ ਰੋਜ਼ ਕਰਦੇ ਹਾਂ ਸਿੱਖਾਂ ਦਾ, ਮਨ ਨੀਵਾਂ ਮੱਤ ਉੱਚੀ। ਉਹ ਸੁਣਿਆ ਤੇ ਕੱਢ ਦਿੱਤਾ। ਮਨ ਨੀਵਾਂ ਕਰਨਾ ਬੜਾ ਔਖਾ, ਮੱਤ ਉੱਚੀ ਤਾਂ ਹੀ ਆਊਗੀ ਨਾ। ਸੁਣ ਲਿਆ ਹਉਮੈ ਹੰਕਾਰ, ਮੇਰਾ 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 ਗਰੁੱਪ ਵੱਡਾ, ਮੇਰਾ ਦਲ ਵੱਡਾ, ਮੇਰੀ ਸੰਸਥਾ ਵੱਡੀ, ਤੇ ਜਿਹੜਾ ਵੱਡਾ ਉਹਨੂੰ ਮੰਨਣਾ ਹੀ ਨਹੀਂ। ਉਹਦੇ ਅੱਗੇ ਖਲੋ ਕੇ ਸਿਰਫ ਉਹਦੇ ਅੱਗੇ ਖਲੋ ਕੇ ਸਿਰਫ ਰਾਗ ਜਿਹਾ ਲਾਪੀ ਜਾਣਾ। ਇੱਕ ਕੈਸਟ ਲਾਈ ਨਹੀਂ ਹੁੰਦੀ ਜਿੱਦਾਂ, ਉਹ ਕੈਸਟ ਹੀ ਹੈ ਬਸ। ਮਾਫ਼ ਕਰਨਾ, ਅਰਦਾਸ ਦਾ ਸਤਿਕਾਰ ਕਰਦੇ ਆ, ਪਰ ਰੋਜ਼ ਕਰੋੜਾਂ ਵਾਰੀ ਅਰਦਾਸ ਹੁੰਦੀ ਹੋਣੀ ਆ ਸਵੇਰੇ ਸ਼ਾਮ ਕਿੰਨੇ ਗੁਰਦੁਆਰਾ ਸਾਹਿਬ ਨੇ। ਤੇ ਅਸੀਂ ਵੈਸੇ ਵੀ ਇੰਡੀਵਿਜੂਅਲ ਤੌਰ ਤੇ ਵੀ ਜਿਹੜਾ ਬੰਦਾ ਅਰਦਾਸ ਕਰਦਾ ਉਹ ਵੀ ਕਰਦਾ, ਜਿਹੜਾ ਕਰਦਾ ਵਾ। ਪਰ ਸੁਣ ਕੇ ਮਨ ਨੀਵਾਂ, ਮਨ ਨੀਵੇਂ ਵਾਲੀ ਗੱਲ, ਜਿੱਧਰ ਸਿੱਖਾਂ 'ਚ ਮਨ ਨੀਵੇਂ ਵਾਲੀ ਗੱਲ ਆ ਗਈ ਨਾ ਤੇ ਮੱਤ ਉੱਚੀ ਵਾਲੀ ਗੱਲ, ਉਹ ਫੇਰ ਆ ਜਿਹੜੇ ਨਾ ਦੁੱਕੀ ਤਿੱਕੀ ਜੋ ਐਵੇਂ ਉੱਡ ਜਾਣੇ ਹਵਾ ਦੇ ਬੋਲਿਆ। ਹੋਵੇ ਪੰਥਕ ਸਰਕਾਰ, ਚਲੀਆਂ ਹੁਣ ਸਿੱਧੀਆਂ ਗੋਲੀਆਂ, ਹੋਵੇ ਅਣਪਛਾਤੀ ਪੁਲਿਸ, ਤੇ ਫੇਰ ਲੋਕ ਉਹਨਾਂ ਮਗਰ ਤੁਰੇ ਫਿਰਨ। ਇਹ ਉਹ ਉਹਨਾਂ ਲੋਕਾਂ ਵਾਸਤੇ ਫੇਰ ਉਹਨਾਂ ਦਾ ਇਕੱਠ ਏਡਾ ਵੱਡਾ ਹੋਵੇ। ਸਵਾਲ ਤਾਂ ਪੈਦਾ ਹੁੰਦਾ ਨਾ ਵੀ ਕੌਣ ਨੇ ਉਹ? ਕੱਲ ਤੱਕ ਤੈਨੂੰ ਦਾ ਵਿਰੋਧ ਸੀਗਾ ਤੇ ਅੱਜ ਕੌਣ ਨੇ ਇਹਨਾਂ ਮਗਰ? ਸਭ ਵਿਕੇ ਹੋਏ ਬੰਦੇ ਵੇ। ਮਤਲਬ ਜਿਹੜਾ ਮਹੱਲੇ ਦਾ ਪ੍ਰਧਾਨ ਵਾ, ਮਹੱਲੇ ਦਾ ਜਿਹੜਾ ਪ੍ਰਧਾਨ, ਉਹਨੂੰ ਕਹਿ ਦਿੱਤਾ ਵੀ ਤੂੰ 50 ਬੰਦੇ ਲੈ ਕੇ ਆਉਣੇ, ਜਿੱਦਾਂ ਮਰਜ਼ੀ ਲੈ ਕੇ ਆ, ਤੇ 50 ਬੰਦੇ ਉਹ ਦਿਹਾੜੀਦਾਰ ਇਕੱਠੇ ਕਰਕੇ ਲੈ ਕੇ ਆ, 500-500 ਦਊਂਗਾ, ਨਾਲ ਰੋਟੀ ਵੀ ਖਵਾਊਂਗਾ ਤੁਹਾਨੂੰ। ਪਰ ਕੌਣ ਨੇ ਅਸਲੀ ਅਕਾਲੀ ਨੇ ਇਹਨਾਂ ਮਗਰ, ਜਾਂ ਫਿਰ ਦਿਹਾੜੀਦਾਰ ਬੰਦੇ ਨੇ? ਸਵਾਲ ਤਾਂ ਇਹ ਪੈਦਾ ਹੁੰਦਾ ਨਾ। ਆਪਾਂ ਤੋਂ ਗੱਲ ਹੀ ਬੈਠਦੀ ਸੀ ਜੀ, ਜਦੋਂ ਕੁਝ ਬੰਦੇ ਮਿਲਣ ਗਏ MLA ਸਾਹਿਬ ਨੂੰ ਤੇ ਉਹਦਾ PA ਕਹਿੰਦਾ ਜੀ ਜਥੇਦਾਰ ਸਾਹਿਬ ਸ਼ੇਵ ਕਰਦੇ, ਤੁਸੀਂ 10 ਮਿੰਟ ਬਹਿ ਜਾਓ ਬਸ। ਤੇ ਬਾਕੀ ਕੀ ਰਹਿ ਕੇ ਗੱਲ ਹੀ ਮੁੱਕ ਜਾਂਦੀ ਉੱਥੇ ਜਾ ਕੇ। ਜਥੇਦਾਰ ਸਾਹਿਬ ਸ਼ੇਵ ਕਰਦੇ ਪਏ, ਬਹਿ ਜਾਓ। ਸਿੱਧੂ ਨੇ ਫਿਰ ਬਿਜਲੀ ਸਮਝੌਤਿਆਂ ਬਾਰੇ ਵਾਈਟ ਪੇਪਰ ਜਾਰੀ ਕਰਨ ਦਾ ਰਾਗ ਲਾਪਿਆ। ਹੁਣ ਇਹਦੇ ਦੁਆਲੇ ਮਤਲਬ ਹੁਣ ਭੁੰਨਾ ਦੀ ਖੱਖਰ ਇਹਦੇ ਦੁਆਲੇ ਹੋਈ ਸਾਰੀ ਦੀ ਸਾਰੀ। ਕੋਈ ਇਹਨੂੰ ਮੰਨੇ ਵਰਗੇ ਜਿਹੜੇ ਨੇ ਉਹ ਲੀਡਰ, ਉਹ ਕਹਿੰਦੇ ਵੀ ਸਾਡੇ ਕੋਲ ਇਹਦੇ ਕੋਲ ਇੰਨੇ ਕੁ ਫਾਈਲਾਂ ਚੁੱਕੀ ਫਿਰਦਾ ਉਹ, ਤੇ ਚੈਲੰਜ ਕਰਦਾ ਪਿਆ। ਸਿੱਧੂ ਜਵਾਬ ਨਹੀਂ ਦਿੰਦਾ। ਇਹ ਵੀ ਸਵਾਲ ਆਇਆ ਸੀਗਾ। ਇੱਕ ਕਾਲਰ ਨੇ ਪਹਿਲਾਂ ਦੇਖਦੀ ਕੀ ਵੈਲਕਮ ਜੀ, ਹਲੋ ਜੀ, ਫਿਰਦਾ ਉਹ ਤੇ ਚੈਲੰਜ ਕਰਦਾ ਪਿਆ। ਸਿੱਧੂ ਜਵਾਬ ਨਹੀਂ ਦਿੰਦਾ। ਇਹ ਵੀ ਸਵਾਲ ਆਇਆ ਸੀਗਾ। ਇੱਕ ਕਾਲਰ ਨੇ ਪਹਿਲਾਂ ਦੇਖਦੀ ਕੀ ਵੈਲਕਮ ਜੀ, ਹਲੋ ਜੀ। ਚਾਵਲਾ ਸਾਹਿਬ ਤੇ ਭੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
जी फतेह जी। वाहिगुरू जी का खालसा वाहिगुरू जी की फतेह जी। जी सर जी, मेरे छोटे छोटे दो सवाल है। पहला एक सवाल है कि ਜਿਹੜੀ खबर चल रही है अजकल स्टेन स्वामी इंडिया 'ਚ कोई ਉਹਦੇ ਬਾਰੇ जी ਕੀ जी खबर जी ਹੈ ਤੇ ਇਸ ਬਾਰੇ ਦੱਸਿਓ। ਦੂਸਰਾ, ਜਦੋਂ ਆਪਣਾ ਗੁਰਦਾਸਪੁਰ ਗੁਰਦੁਆਰਾ ਸਾਹਿਬ ਜਦੋਂ ਇੱਕ ਔਰਤ ਦੁਆਰਾ ਅੱਗ ਲਗਾਈ ਗਈ ਆ, ਉੱਥੇ ਬੀਬੀ ਜਗੀਰ ਕੌਰ ਆਈ ਸੀਗੀ ਤੇ ਉਸ ਟਾਈਮ ਸਿੱਖ ਪੰਥ ਦੇ ਪ੍ਰਚਾਰਕ ਮਾਂਜੀ ਸਾਹਿਬ, ਮੇਰੇ मांझी ਖਿਆਲ साहब। ਹਰਜਿੰਦਰ ਸਿੰਘ ਨਾਮ ਪਤਾ ਨਹੀਂ ਕੀ ਹੈ, हम्म। ਉੱਥੇ ਸੀ ਤੇ ਉਹਨਾਂ ਨੇ ਨਾ 4 ਸਵਾਲ ਬੀਬੀ ਜੀ ਨੂੰ ਪੁੱਛੇ ਤੇ ਨਾਲੇ ਪੇਪਰ ਸਾਰੇ ਡਾਕੂਮੈਂਟਸ ਵੀ ਉਹਨਾਂ ਨੂੰ ਫੜਾਏ ਸੀਗੇ, ਸਾਨੂੰ ਇਹਦਾ ਜਵਾਬ ਦੇ ਕੇ ਜਾਇਓ। ਉਸ ਟਾਈਮ ਪਤਾ ਨਹੀਂ ਬੀਬੀ ਜੀ ਨੇ ਜਵਾਬ ਦਿੱਤਾ ਕਿ ਨਹੀਂ ਦਿੱਤਾ, ਇਸ नहीं ਬਾਰੇ दिता। ਦੱਸਿਓ। ਦੂਸਰਾ, ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਉਹਨੂੰ ਕਹਿੰਦੇ 10 ਲੱਖ ਪ੍ਰਬੰਧਕਾਂ ਨੂੰ ਕਮੇਟੀ ਨੂੰ ਪੈਸੇ ਦਿੱਤੇ ਆ ਤੇ ਜਿਸ ਟਾਈਮ ਪ੍ਰੋਗਰਾਮ ਸੀਗਾ ਉਦੋਂ ਮਾਝੀ ਸਾਹਿਬ ਨੂੰ ਅੰਦਰ ਨਹੀਂ ਜਾ ਦਿੱਤਾ ਤੇ ਬਲਦੇਵ ਸਿੰਘ ਬਟਾਲਾ ਜਿਹੜੇ ਕੀਰਤਨੀ ਜਥੇ ਨੇ ਉਹਨਾਂ ਨੂੰ ਵੀ ਅੰਦਰ ਜੀ, ਜੀ, ਕੀਰਤਨ ਨਹੀਂ ਕਰਨ ਦਿੱਤਾ, ਉਹਨੇ ਵਿਚਾਰਿਆਂ ਨੇ ਬਾਹਰ ਕੀਰਤਨ ਕੀਤਾ। ਇਸ ਬਾਰੇ ਕੀ ਚੱਲ ਰਿਹਾ, ਇਸ ਬਾਰੇ ਦੱਸੋਗੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਹਾਂਜੀ ਪਹਿਲੀ ਗੱਲ ਜੀ ਸਟੇਨ ਸਵਾਮੀ ਦੀ ਕੀਤੀ ਹੈ ਜੀ। ਇਹ ਕੇਰਲਾ ਦਾ ਪਾਦਰੀ ਹੈ ਜੀ, ਇਹ ਅੱਤਵਾਦੀ ਹੈ ਜੀ, ਅੱਖਵਾਦੀ ਹੈ ਜੀ, ਨਕਸਲਵਾਦੀ ਹੈ ਜੀ, ਮਾਓਵਾਦੀ ਹੈ। ਤੇ ਜਿਹੜੇ ਗਰੀਬ ਲੋਕ ਸੀਗੇ ਉਹਨਾਂ ਦੀ ਮਦਦ ਕਰਦਾ ਸੀ, ਪ੍ਰਚਾਰ ਵੀ ਕਰਦਾ ਸੀ, ਮਦਦ ਵੀ ਕਰਦਾ ਸੀ। ਬਹੁਤ ਸਾਰੇ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ, ਕਈ ਲੋਕਾਂ ਦੇ ਨੇ ਆਪਣੀ ਜੇਬ 'ਚ ਪੈਸੇ ਖਰਚ ਕਰਕੇ ਜਿਹੜੇ ਗਰੀਬ ਸੀ ਇਲਾਜ ਵੀ ਕਰਾਏ। ਕਸੂਰ ਕੀ ਸੀ ਇਹਦਾ? ਕਸੂਰ ਸਿਰਫ ਇਹਨਾਂ ਸੀ, ਇਹਨੇ ਕਿਹਾ ਵੀ ਜਿਹੜੇ ਬੰਦੇ ਇਹਨਾਂ 1000 ਦੇ ਕਰੀਬ ਨਜਾਇਜ਼ ਫੜ ਕੇ ਅੰਦਰ ਦਿੱਤੇ ਉਹਨਾਂ ਦੇ ਕੇਸ ਮੈਂ ਆਪ ਲੜੂੰਗਾ। ਇੰਨੀ ਗੱਲ ਕਹਿਣ ਦੀ ਦੇਰ ਸੀ, ਬਸ ਉਹਦੇ ਤੇ 100% ਦੇ ਜਿਹੜੀ ਸੀ ਇਲਜ਼ਾਮ ਲੱਗ ਗਏ। ਤੁਹਾਨੂੰ ਪਤਾ ਹੋਏਗਾ 2018 ਦੇ ਵਿੱਚ ਭੀਮਾ ਰਾਓ ਕਰੂਗਾ ਜਿਹੜਾ ਦਿਨ ਮਨਾਇਆ ਗਿਆ ਸੀ, ਉਹ ਹੈ ਕੀ ਸੀਗਾ? ਜਦੋਂ ਕਿਤੇ ਮਰਹੱਟੇ ਤੇ ਪੇਸ਼ਵੇ ਜਿਹੜੇ ਸੀ ਦਲਿਤਾਂ ਨੂੰ ਜਿਹੜੇ ਆਪਣੇ ਪੱਲੇ ਦੀ ਸਵਾਲੇ ਤੇ ਦਲਿਤ ਨੌਜਵਾਨ ਜਾ ਕੇ ਅੰਗਰੇਜ਼ ਫੌਜ ਭਰਤੀ ਹੋ ਗਏ ਸੀ। ਅੰਗਰੇਜ਼ ਫੌਜ 'ਚ ਭਰਤੀ ਹੋ ਕੇ ਉਹਨਾਂ ਨੇ 1818 ਦੇ ਵਿੱਚ ਉੱਥੋਂ ਇਹਨਾਂ ਪੇਸ਼ਵੇ ਨੂੰ ਹਰਾਇਆ ਸੀਗਾ, ਹਰਾ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਸੀਗਾ। 200 ਸਾਲ ਬਾਅਦ ਉੱਥੇ ਦਲਿਤ ਇਕੱਠੇ ਹੋਏ, ਦਲਿਤਾਂ ਨੇ ਕਿਹਾ ਸੀ ਆਪਣੇ ਪੂਰਵਜਾਂ ਦਾ ਦਿਨ ਮਨਾਉਣਾ ਤੇ ਉਹਨਾਂ ਕੋਈ ਬਹਾਦਰੀ ਦਾ ਕੰਮ ਕੀਤਾ ਸੀ। ਲੇਕਿਨ ਜਿਹੜੀ ਸਾਡੀ ਭਾਜਪਾ ਸੀ, ਜਿਹੜੀ ਸਾਡੀ RSS ਸੀ, ਸਾਡੇ ਕੱਟੜਪੰਥੀ ਸੀਗੇ, ਉਹ ਉੱਥੇ ਚਲੇ ਗਏ, ਉਹਨਾਂ ਤੇ ਹਮਲਾ ਕਰ ਦਿੱਤਾ। ਉਹਨਾਂ ਦੇ ਉੱਤੇ ਸਰਕਾਰ ਨੇ ਕੇਸ ਦਰਜ ਕਰਦੇ, ਜਵਾਬਾਂ ਦੇ ਕੇਸ ਕੀਤੇ, ਹੋਰ ਜਿਹੇ ਕੇਸ ਦਰਜ ਕੀਤੇ, ਬਹੁਤ ਸਾਰੇ ਬੰਦੇ ਫੜ ਕੇ ਅੰਦਰ ਦੇ, ਖਾਸ ਕਰਕੇ ਬੁੱਧੀਜੀਵੀ ਵਰਗ ਨੂੰ ਇੱਕ ਇੱਕ ਚੁਣ ਚੁਣ ਕੇ ਅੰਦਰ ਦਿੱਤਾ। ਹੁਣ ਉਸ ਕੇਸ ਨਾਲ ਜਿਹੜਾ ਸੀ ਇਹਨੂੰ ਜੋੜ ਦਿੱਤਾ ਗਿਆ, ਸਟੈਨ ਸਵਾਮੀ ਨੂੰ ਜੋੜ ਕੇ ਤੇ ਅੰਦਰ ਸੁੱਟ ਦਿੱਤਾ ਗਿਆ। ਪਿਛਲੇ 8 ਮਹੀਨਿਆਂ ਤੋਂ ਅੰਦਰ ਸੀਗਾ, ਜੇਲ੍ਹ ਦੇ ਵਿੱਚ ਸੀ। ਕਈ ਵਾਰੀ ਅਦਾਲਤਾਂ ਨੂੰ ਅਪੀਲ ਕੀਤੀ ਕਿ ਭਾਈ ਇਹ ਬਿਮਾਰ ਆ, ਇਹਦਾ ਹਾਰਟ ਅਟੈਕ ਕਿਤੇ ਵੀ ਹੋ ਸਕਦਾ, ਬਿਮਾਰ ਆ ਤੇ ਤੁਸੀਂ ਜ਼ਮਾਨਤ ਦੇ ਦਿਓ। ਜ਼ਮਾਨਤ ਨਹੀਂ ਦਿੱਤੀ, ਕੋਰਟ ਨੇ ਭੇਜਤਾ ਵੀ ਫਲਾਣੇ ਹਸਪਤਾਲ ਜਾ ਕੇ ਤੁਸੀਂ ਇਲਾਜ ਕਰਵਾ। ਇਲਾਜ ਕਰਾਉਣਗੇ, ਉਹਨਾਂ ਦੀ ਹੁਣ ਹੋ ਗਈ ਹੈ ਡੈਥ ਤੇ ਹੁਣ ਸਰਕਾਰ ਦੇ ਪਾਦੇ ਪਿਆ ਪੰਗਾ ਵੀ ਦੱਸੋ ਜਵਾਬ ਤੁਸੀਂ ਕੀ ਦੇਣਾ। ਲੇਕਿਨ ਕੀ ਦਲਿਤਾਂ ਨੂੰ ਉੱਥੇ ਰਹਿਣ ਦਾ ਹੱਕ ਨਹੀਂ? ਸਟੈਨ ਸਵਾਮੀ ਨੇ ਮਾੜਾ ਕੀ ਕੀਤਾ? ਜੇ ਤੋਂ ਲੋਕਾਂ ਦੀਆਂ ਧੀਆਂ ਬਣੇ ਗਰੀਬਾਂ ਦੀਆਂ ਸ਼ਾਦੀਆਂ ਕਰੀ ਜਾਏ, ਜੇ ਗਰੀਬ ਲੋਕ ਇਲਾਜ ਨਹੀਂ ਸੀ ਕਰਦੇ ਇਲਾਜ ਕਰਾਤੇ, ਜੇ ਕਿਸੇ ਨੂੰ ਕੇਸ ਨਹੀਂ ਲੜ ਸਕਦਾ ਉਹਨੂੰ ਵਕੀਲ ਕਰ ਦਿੱਤਾ, ਮਾੜਾ ਕੀ ਕੀਤਾ? ਲੇਕਿਨ ਸਾਡਾ ਜਿਹੜਾ ਵਾ ਕਾਨੂੰਨ ਤੇ ਸਾਡੇ ਕੁਝ ਕੱਟੜਪੰਥੀ ਜਿਹੜੇ ਉਹ ਨਹੀਂ ਬਰਦਾਸ਼ਤ ਕਰਦੇ, ਜਿਹਦੇ ਕਰਕੇ ਸਟੈਨ ਸਵਾਮੀ ਚਲੇ ਗਏ। ਅਜੇ ਵੀ 16 ਦੇ ਕਰੀਬ ਬੁੱਧੀਜੀਵੀ ਵਰਗ ਦੇ ਲੋਕ ਅੰਦਰ ਬੈਠੇ ਨੇ ਜਿਹਨਾਂ ਨੂੰ ਜਵਾਬਾਂ ਲਾਇਆ, ਜਿਹਨਾਂ ਦੀ ਬੇਲ ਨਹੀਂ ਹੋ ਸਕਦੀ। ਕੋਰਟ ਕਹਿੰਦੀ ਦੱਸੋ ਇੱਕ ਧਾਰੇ ਨਹੀਂ ਸੀ, ਬਿੱਲ ਦੇ ਨਹੀਂ ਸਕਦੇ, ਕਰੀਏ ਕੀ ਅਸੀਂ? ਇਸ ਕਰਕੇ ਜਿਹੜਾ ਸਟੈਨ ਸਵਾਮੀ ਜਿਹੜਾ ਇੱਕ ਕਹਿ ਦਈਏ ਸਮਾਜ ਸੇਵੀ ਬੰਦਾ ਸੀਗਾ, ਕੰਮ ਬਹੁਤ ਕੀਤਾ, ਲੇਕਿਨ ਕੰਮ ਦਾ ਮੁੱਲ ਇਹ ਪਿਆ ਵੀ ਆਖਿਰਕਾਰ ਵਿਚਾਰੇ ਨੂੰ ਜਿਹੜਾ ਸੀ ਜੇਲ੍ਹ 'ਚ ਮੌਤ ਦਾ ਸਾਹਮਣਾ ਕਰਨਾ ਜੀ। ਹੁਣ ਦੂਜੀ ਗੱਲ ਕਰਦੇ ਤੁਸੀਂ ਜੀ ਬੀਬੀ ਦੀ ਗੱਲ ਕੀਤੀ ਜੀ। ਤੁਸੀਂ ਕਹਿਤਾ ਜੀ 4 ਸਾਲ ਦਿੱਤੇ ਸੀ ਮਾਜੀ ਸਾਹਿਬ ਨੇ ਮੈਨੂੰ, ਬਿਲਕੁਲ ਦਿੱਤੇ ਸੀ ਕਿ ਸਾਨੂੰ ਜਵਾਬ ਦੇ ਦਿਓ। ਕਿ ਬੀਬੀ ਦੀ ਜਵਾਬ ਕਿਉਂ ਦੇਣਗੇ? ਬੀਬੀ ਜੀ ਦਾ ਜਵਾਬ ਦੇਣਾ ਨਾ ਉੱਪਰਲੇ ਕਰੋ ਪੁੱਛ ਕੇ, ਮਹਾਰਾਜ ਜੀ ਕੀ ਜਵਾਬ ਦੇਣਾ? ਕੋਈ ਉਲਟਾ ਪੁਲਟਾ ਜਵਾਬ ਹੋ ਗਿਆ ਤੇ ਮੁੜ ਕੇ ਆਪਣੀ ਕੁਰਸੀ ਖਤਰੇ 'ਚ ਪੈ ਜਾਂਦੀ, ਜਵਾਬ ਕਿਉਂ ਦੇਣਗੇ? ਇਸ ਕਰਕੇ ਬੀਬੀ ਜੀ ਨੇ ਕੋਈ ਨਹੀਂ ਤੁਹਾਡੇ ਸਵਾਲ ਨੋਟ ਕਰ ਲਿਆ ਜੀ, ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ। ਅਗਲੀ ਗੱਲ ਕੀਤੀ ਸੀ ਕੀਰਤਨ ਕਰਨ ਦੀ। ਕਿੱਡੀ ਮੈਂ ਸੋਚਦਾ ਕਿੱਡੀ ਮਾੜੀ ਨੀਅਤ ਨਾਲ ਲੋਕਾਂ ਦੀ। ਇਹ ਜਿਹੜੇ ਘੋਟਣ ਮੁੱਠ ਨੇ ਬਣਾਏ ਨਾ SGPC ਮੈਂਬਰ, ਅਕਲ ਕਿਸੇ ਨੂੰ ਨਹੀਂ, ਹਜ਼ੂਰੀ ਲੱਗ ਗਈ ਆ।
ਸਾਬਕਾ ਹਜ਼ੂਰੀ ਰਾਗੀ ਆ ਭਾਈ ਬਲਦੇਵ ਸਿੰਘ ਵਡਾਲਾ, ਜੇ ਉੱਥੇ ਗਿਆ ਕੀਰਤਨ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ? ਵੀ ਤੂੰ ਪੜ੍ਹਿਆ ਹੋਇਆ ਰਾਗੀ ਆ, ਉੱਥੋਂ ਤੈਨੂੰ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਦੇਣੀ। ਅਸੀਂ ਕੀਰਤਨ ਗੁਰੂ ਦਾ ਕਰਨਾ ਵਾ, ਕਿਸੇ ਵਿਅਕਤੀ ਨੂੰ ਨਹੀਂ ਕਰਨਾ, ਉਹਨੇ ਆਪਣਾ ਨਹੀਂ ਕਰਨਾ, ਗੁਰਬਾਣੀ ਦਾ ਕਰਨਾ ਕੀਰਤਨ ਉਹਨੇ। ਤੇ ਫਿਰ ਉਹਨੂੰ ਇਜਾਜ਼ਤ ਦਿੱਤੀ। ਉਹ ਫਿਰ ਆਪਣੀ ਸੰਗਤ ਲੈ ਕੇ ਜਾਂ ਗੁਰਦੁਆਰੇ ਦਾ ਬੂਹਾ ਸੀ ਉੱਥੇ ਬਾਹਰ ਬਹਿ ਗਿਆ, ਉੱਥੇ ਆਪਣਾ ਵਿਛਾ ਕੇ ਕੱਪੜੇ ਕੁੱਪੜੇ ਦੇ ਬੈਠ ਕੇ ਉੱਥੇ ਕੀਰਤਨ ਕੀਤਾ। ਫਿਰ ਪੱਲੇ ਕੀ ਰਿਹਾ ਉਹਨਾਂ ਨੇ? ਉੱਥੇ ਸਪੀਚ ਵੀ ਕੀਤੀ ਉਹਨੇ। ਫਿਰ ਉਹਨੇ ਕਿਹਾ ਅੱਜ ਅਕਾਲ ਤਖਤ ਮਹਾਨ ਹੈ ਲੇਕਿਨ ਜਥੇਦਾਰ ਬੇਈਮਾਨ। ਜਿਹੜੀ ਪ੍ਰਧਾਨ ਉਹ ਕੁੜੀ ਮਾਰ ਆ। ਤੁਸੀਂ ਕੀ ਆਸ ਰੱਖਦੇ ਹੋ ਇੱਥੇ? ਅਸੀਂ ਇਹ ਚਾਹੁੰਦੇ ਹਾਂ ਵੀ ਆਉਣ ਵਾਲੀ ਜਿਹੜੀਆਂ ਚੋਣਾਂ ਅਸੀਂ ਪਿਛਲੀਆਂ ਹੈਗੀਆਂ ਉਹਦੇ ਵਿੱਚ ਅਸੀਂ ਕਿਸੇ ਸਿਆਸੀ ਬੰਦੇ ਨੂੰ ਚੋਣ ਨਹੀਂ ਲੜਨ ਦੇਵਾਂਗੇ, ਜੋ ਮਰਜ਼ੀ ਹੋ ਜਾਏ ਜੀ। ਉਹਨੇ ਇਹੋ ਜਿਹੇ ਐਲਾਨ ਉੱਥੇ ਕੀਤੇ ਆ, ਵਧੀਆ ਗੱਲ ਕੀਤੀ ਆ। ਉਹਨੇ ਕਿਹਾ ਜੋ ਮਰਜ਼ੀ ਹੋ ਜਾਏ, ਜਿੱਥੇ ਵੀ ਮੈਂ ਜਾਊਂਗਾ ਕੀਰਤਨ ਕਰੂੰਗਾ, ਪਿੱਛੇ ਤੱਪੜ ਵਿਛਾ ਕੇ ਦੇ ਉੱਥੇ ਕੀਰਤਨ ਕਰ ਲੂੰਗਾ, ਚਾਦਰ ਵਿਛਾ ਕੇ ਕੀਰਤਨ ਕਰੂੰਗਾ, ਮੈਂ ਗੁਰੂ ਦਾ ਨਾਮ ਗੁਰੂ ਦਾ ਜਸ ਗਾਊਂਗਾ ਕੁਝ ਮਰਜ਼ੀ ਆ ਕੇ। ਹੁਣ ਇਹਨਾਂ ਦੇ ਪੱਲੇ ਕੀ ਹੈ? ਕਿਸੇ ਜਵਾਬ ਦਿੱਤਾ ਉਹਦੇ ਤੇ ਕਿ ਕਿਉਂ ਨਹੀਂ ਕੀਰਤਨ ਕਰਨ ਦਿੱਤਾ? ਸੀ ਜਾਂ ਤਾਂ ਬੋਲਦੇ ਨਾ ਇਹ ਕਾਰਨ ਸੀਗਾ ਜੀ। ਇੱਕ ਹੋਰ ਕਾਲਰ ਨੇ, ਦੇਖਦੇ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ 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 ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਜੀ 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 ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਤੇ ਮੈਂ ਸੁਣ ਰਿਹਾ ਸਾਰਾ ਕੁਛ, ਬੜਾ ਦਿਲ ਲਾ ਕੇ। ਜੀ ਜੀ ਖਾਲਸਾ ਜੀ। ਹਾਂ, ਸਵਾਲ ਇਸ ਚੀਜ਼ ਦਾ ਵੀ ਜੇ ਜ਼ਮੀਰ ਜਾਗਦੀ ਹੁੰਦੀ ਤਾਂ ਇਹ ਬੇਅਦਬੀ ਵਾਲਾ ਮੁੱਢ ਚੱਲਦਾ ਹੀ ਕਿਉਂ? ਔਰ ਜੇ ਚੱਲ ਪਿਆ, ਜੇ ਇਹਨਾਂ 'ਚ ਦਲੇਰੀ ਹੈ, ਜੇ ਇਹਨਾਂ 'ਚ ਰੱਤੀ ਭਰ ਵੀ ਗੁਰੂ ਗ੍ਰੰਥ ਸਾਹਿਬ ਵਾਸਤੇ ਕੋਈ ਸਤਿਕਾਰ ਹੈ, ਕੋਈ ਮਾਨਵਤਾ ਦੇ ਤੌਰ ਤੇ ਇਹ ਸਾਹਮਣੇ ਆ ਕੇ ਕਹਿਣ ਕਿ ਅਸੀਂ ਆ ਕੀਤਾ, ਕਿਉਂਕਿ ਸੰਗਤ ਜਿਹੜੀ ਆ ਬਖਸ਼ਣਹਾਰ ਹੈ ਤੇ ਉਹ ਬਖਸ਼ ਸਕਦੀ ਹੈ ਜੀ। ਹੁਣ ਸਵਾਲ ਇਸ ਚੀਜ਼ ਦਾ ਵੀ ਜਿੰਨੇ ਵੀ ਲੱਗੇ ਹੋਏ ਆ ਜੀ, ਉਹ ਦੇਖਣ ਨੂੰ ਤਾਂ ਸਿੱਖ ਲੱਗਦੇ, ਪਰ ਹੈ ਗਿਣਤੀ ਦੇ ਵਿੱਚੋਂ ਖਾਲਸਾ ਜੀ। ਤੁਹਾਨੂੰ ਨਹੀਂ ਲੱਗਦਾ ਕਿ ਜਿੱਦਣ ਉਹਨਾਂ ਨੇ ਚੈਲੰਜ ਕੀਤਾ ਵੀ ਤੁਹਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਆ, ਜਾਓ ਜੋ ਕਰਨਾ ਕਰ ਲਓ, ਅਸੀਂ ਠੋਕ ਵਜਾ ਕੇ ਚੈਲੰਜ ਕਰਦੇ, ਚਪੇੜਾਂ ਮਾਰੀਆਂ ਪੰਥਕ ਸਰਕਾਰ ਦੇ ਵੇਲੇ, ਕੋਈ ਵੀ ਮਨੁੱਖਤਾ ਨੂੰ ਪਰਨਾਇਆ ਹੋਇਆ ਉਸ ਇਲਾਕੇ ਦੇ ਵਿੱਚ ਪੁਲਿਸ ਆਫਿਸਰ, ਥਾਣੇ ਦਾ ਇੰਚਾਰਜ ਜਾਂ ਕੋਈ ASI ਜਾਂ ਕੋਈ ਮੁਨਸ਼ੀ ਜਾਂ ਕੋਈ ਸਿਪਾਹੀ ਜਾਂ ਕੋਈ ਹੋਰ, ਮਤਲਬ ਮਸਲਾ ਤਾਂ ਥਾਣੇ ਦੇ ਇੰਚਾਰਜ ਨੂੰ ਮਿਲਣਾ ਨਾ, ਜਾਂ DSP ਜਾਂ SSP ਜਾਂ SP, ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸਰੂਪ ਨੂੰ ਉਹਨੇ ਇਹ ਨਹੀਂ ਸੋਚਿਆ ਵੀ ਇਹ ਤਾਂ ਸ਼ਰੇਆਮ ਯਾਰ ਮਤਲਬ ਬੜੀ ਵੱਡੀ ਇਹ ਤਾਂ ਇੱਕ ਗੁਨਾਹ ਹੋ ਰਿਹਾ ਸਾਡੇ ਜੇ ਸਾਡੇ ਸਰਕਲ ਦੇ ਸਾਡੇ ਥਾਣੇ ਦੇ ਵਿੱਚ ਅੰਡਰ ਹੁੰਦਾ ਤਾਂ ਇਹ ਤਾਂ ਸਾਡੇ ਵਾਸਤੇ ਤਾਂ ਸਾਰੀ ਉਮਰ ਲਈ ਧੱਬਾ। ਲੀਡਰਾਂ ਨੂੰ ਛੱਡੋ, ਤੁਸੀਂ ਲੀਡਰ ਜੋ ਮਰਜ਼ੀ ਕਰਨ, ਤੇ ਉਹ ਕਲੰਕੀ ਤੇ ਉਹ ਵੀ ਲੋਕ ਨੇ ਨਾ ਜਿਹੜੇ ਉਸ ਹਲਕੇ ਉਸ ਥਾਣੇ ਉਸ ਏਰੀਏ ਦੇ ਥਾਣੇ ਦੇ ਇੰਚਾਰਜ ਆ, ਚਾਹੇ ਕੋਈ ਵੀ ਡਜ਼ਨਟ ਮੈਟਰ, ਚਾਹੇ ਕਿਸੇ ਵੀ ਧਰਮ ਨਾਲ ਬਿਲੋਂਗ ਕਰਦਾ ਹੋਵੇ ਉਹ, ਪਰ ਕਲੰਕ ਤੇ ਉਹਨੂੰ ਵੀ ਲੱਗ ਗਿਆ ਨਾ, ਮੱਥਾ ਤੇ ਉਹਦਾ ਵੀ ਕਲੰਕਿਆ ਗਿਆ। ਉਹ ਮਤਲਬ ਵੀ ਆਪਣੀ ਡਿਊਟੀ ਨਹੀਂ ਨਿਭਾ ਸਕਿਆ, ਉਹਨੂੰ ਮਤਲਬ ਉਹ ਚਾਵਲਾ ਸਾਹਿਬ ਖਾਦੀ ਤਾਂ ਉਹਨਾਂ ਨੇ ਸੌਂਕ ਆਪਣੇ ਇਸ਼ਟ ਦੀ ਹੈ ਜੀ, ਤੇ ਕਾਨੂੰਨ ਮੁਤਾਬਕ ਚੱਲਣਾ ਹੈ, ਪਰ ਉਹ ਸਰਕਾਰ ਦੇ ਚਪੜਾਸੀ ਲਾਗੇ, ਉਹਦਾ ਕੋਈ ਇਲਾਜ ਨਹੀਂ। ਪਰ ਜਿਹੜੇ ਜ਼ਮੀਰ ਵਾਲੇ ਸੀ ਉਹ ਸਤਨਾਮ ਵਾਹਿਗੁਰੂ ਦਾ ਜਾਪ ਉੱਥੇ ਕਰਦੇ ਸੀ, ਜਿਨ੍ਹਾਂ ਦੀ ਗਿਣਤੀ ਬੜੀ ਤਕੜੀ ਸੀ, ਪਰ ਉਹਨਾਂ ਤੇ ਤੁਸੀਂ ਆਪ ਹੀ ਦੱਸਤਾ ਕਿ ਅਣਪਛਾਤੀ ਪੁਲਿਸ ਜਿਹੜੀ ਹੈ ਉਹ ਗੋਲੀਆਂ ਚਲਾਈਆਂ ਗਈਆਂ, ਗੰਦੇ ਪਾਣੀ ਇਹ ਵਿਛਾੜਾਂ ਕੀਤੀਆਂ ਗਈਆਂ। ਤੇ ਹੁਣ ਸਵਾਲ ਇਹ ਹੈ ਕਿ ਲੋਕ ਕੀ ਕਹਿੰਦੇ ਆ, ਇਹਦੇ ਮਗਰ ਜਿਹੜੇ ਇਕੱਠੇ ਹੁੰਦੇ ਆ ਇਹਨਾਂ ਦੇ, ਚਾਹੇ ਉਹ ਕੈਪਟਨ ਹੈ ਚਾਹੇ ਉਹ ਬਾਦਲ ਕੇ ਹੈ, ਜਿਹੜੇ ਵੀ ਇਹਦੇ ਪਿੱਛੇ ਜਿੰਦਾਬਾਦ ਕਰਦੇ ਆ, ਉਹਨਾਂ ਦੀ ਜ਼ਮੀਰ ਕਿੱਧਰ ਨੂੰ ਗਈ? ਇੱਕ ਦੂਜਾ, ਸਟੈਨ ਸਵਾਮੀ ਦੇ ਚਲਾਣਾ ਕਰਨ ਤੇ, ਉਹਨਾਂ ਨੂੰ ਜ਼ਮਾਨਤ ਨਾ ਮਿਲਣ ਤੇ ਉਹਨਾਂ ਦਾ ਹਾਲ ਜਿਹੜਾ ਕੀਤਾ। ਔਰ ਉਹ ਇੱਕ ਐਸੀ ਸ਼ਖਸੀਅਤ ਸੀ ਜਿਹੜੇ ਗਰੀਬਾਂ ਦੀ ਖਾਤਰ ਖੜਦੇ ਸੀ ਬੜੇ ਲੰਮੇ ਸਮੇਂ ਤੋਂ, ਇਹ ਨਹੀਂ ਛੋਟੇ ਸਮੇਂ ਤੋਂ ਨਹੀਂ। ਤੇ ਸਿੱਖ ਦਾ ਫਰਜ਼ ਇਹ ਹੈ ਕਿ ਉਹ ਵਿਚਾਰੇ ਦੇ ਨਾਲ, ਬੇਆਸਰੇ ਦੇ ਨਾਲ ਖੜਦਾ। ਉਹ ਕਿਹੜੇ ਸਿੱਖ ਨੇਤਾ ਨੇ
ਉਹ ਹਮਦਰਦੀ ਵਜੋਂ ਬਿਆਨ ਦਿੱਤਾ ਹੈ। ਇਹ ਜਰਾ ਆਪਣੇ ਪੱਟੀ ਸਾਹਿਬ ਜ਼ਰੂਰ ਦੱਸਿਓ, ਕਿਉਂਕਿ ਮੇਰੇ ਮਨ 'ਚ ਉਦੋਂ ਦੀ ਫਿਰਦੀ ਹੈ ਗੱਲ ਵੀ ਇੰਨੇ ਲੋਕਾਂ ਨੇ ਉਹ ਹਮਦਰਦੀ ਜ਼ਾਹਰ ਕੀਤੀ ਹੈ ਔਰ ਨਾਇਨਸਾਫੀ ਦੇ ਖਿਲਾਫ ਆਵਾਜ਼ ਉਠਾਈ ਹੈ, ਕਿਉਂਕਿ ਇੱਥੇ ਅਦਾਲਤਾਂ ਖੁੰਡੀਆਂ ਹੋ ਗਈਆਂ। ਇਹ ਨਹੀਂ ਮਤਲਬ ਕਿ UAPA ਲਾਤਾ ਤੇ ਮੁੜ ਕੇ ਖੁੰਡਾ ਹੀ ਨਹੀਂ ਹੋਣਾ, ਇਹਦਾ ਕੋਈ ਮਤਲਬ। ਟੈਨ ਸਵਾਮੀ ਦੇ ਖਿਲਾਫ ਜਿਹੜੀਆਂ ਜਮਹੂਰੀ ਤੇ ਸਾਡੀਆਂ ਜਥੇਬੰਦੀਆਂ ਸਾਰੀਆਂ ਨੇ ਵਜ੍ਰਬੰਦ ਕੀਤੀ ਹੈ, ਸਾਰੀਆਂ ਉਹਦੀ ਰਿਹਾਈ ਦੀ ਮੰਗ ਕਰਦੀਆਂ ਰਹੀਆਂ। ਲੇਕਿਨ ਅਫਸੋਸ ਇਸ ਗੱਲ ਦਾ ਵਾ ਵੀ ਜਿਹੜੇ ਇਸ ਚੀਜ਼ ਨੂੰ, ਮੈਂ ਹੁਣ ਅਕਾਲੀਆਂ ਦੀ ਫਿਰ ਗੱਲ ਕਰਦਾ ਵਾ, ਜਿਹੜੇ ਇਸ ਚੀਜ਼ ਨੂੰ ਪਰਨਾਏ ਹੋਏ ਆ, ਜਿਹੜੇ ਕਹਿੰਦੇ ਗੁਰੂ ਨੇ ਸਾਨੂੰ ਕਿਹਾ ਵੀ ਜ਼ੁਲਮ ਤੇ ਜ਼ਾਲਮ ਦਾ ਟਾਕਰਾ ਕਰਨਾ, ਤੁਸੀਂ ਜਿਹੜਾ ਪੀੜਤ ਉਹਦੇ ਨਾਲ ਖੜਨਾ, ਤੁਸੀਂ ਮਜ਼ਲੂਮ ਨਾਲ ਖੜਨਾ, ਤੁਸੀਂ ਕਿੱਥੇ ਖੜੇ ਨੇ? ਇੱਕ ਵੀ ਬਿਆਨ ਅੱਜ ਤੱਕ ਨਹੀਂ ਆਉਂਦਾ, ਇੱਕ ਬਿਆਨ ਨਹੀਂ ਆਇਆ। ਕਾਂਗਰਸ ਨੇ ਬਿਆਨ ਕੋਈ ਸਾਰੂ ਬਿਆਨ ਨਹੀਂ ਦਿੱਤਾ ਅਜੇ ਤੱਕ ਉਹਦੇ, ਬਾਕੀ ਪਾਰਟੀ ਨੇ ਸਾਰੂ ਬਿਆਨ ਨਹੀਂ ਦਿੱਤੇ। ਜਮਹੂਰੀਅਤ ਪਸੰਦ ਜਥੇਬੰਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਸੀ, ਉਹਨਾਂ ਨੇ ਮੁਜ਼ਾਹਰੇ ਵੀ ਕੀਤੇ ਆ, ਸਭ ਕੁਝ ਕੀਤਾ, ਲੇਕਿਨ ਉਹਨਾਂ ਦੀ ਸੁਣਵਾਈ ਨਹੀਂ ਹੋਈ ਜੀ। ਇਸ ਕਰਕੇ ਸਟੈਨ ਸਮਾਨੀ ਨੂੰ ਜ਼ਮਾਨਤ ਨਹੀਂ ਮਿਲ ਸਕੀ। ਜਵਾਬਾਂ ਦੇ ਵਿੱਚ ਜਿਹੜਾ ਐਕਸ਼ਨ ਜਿਹੜਾ ਸੀ ਆਪਣੀ ਉਹ ਮਤਲਬ ਡਿਸੀਜਨ ਹੁਣ ਪਿੱਛੇ ਜੇ ਲਿਆ, ਦਿੱਲੀ ਹਾਈ ਕੋਰਟ ਨੇ ਲਿਆ ਵਾ, ਕਿੰਨਾ ਰੌਲਾ ਪਿਆ ਉਹਦੇ, ਇਹਨੂੰ ਅਧਿਕਾਰ ਹੀ ਨਹੀਂ ਗਏ ਜਵਾਬਾਂ ਤੇ। ਇਹ ਲੈਜੀਸਲੇਟਿਵ ਡਿਸੀਜਨ ਨੇ, ਉਹ ਕਹਿੰਦੇ ਕਿਉਂ ਨਹੀਂ ਲੈ ਸਕਦੇ? ਉਹ ਮਾਮਲਾ ਹੁਣ ਜਿਹੜੀ ਆਪ ਸਰਕਾਰ ਜਿਹੜੀ ਉਹ ਸੁਪਰੀਮ ਕੋਰਟ ਲੈ ਕੇ ਗਈ, ਪਹਿਲੇ ਕਿਉਂ ਲੈ ਲਿਆ ਜੀ ਇਹ ਡਿਸੀਜਨ ਲੈ ਲਿਆ? ਉਹ ਬੰਦੇ ਵੀ ਰਿਆ ਕਰਦੇ ਉਹਨੇ ਕਿ ਕਿਉਂ ਬਿਠਾਇਆ ਤੁਸੀਂ ਅੰਦਰ? ਇਹਨਾਂ ਕਸੂਰ ਦੱਸੋ ਕੀ ਇਹਨਾਂ ਦਾ? ਜਵਾਬਾਂ ਲੱਗੀ ਫਿਰ ਕੀ ਹੋਇਆ? ਆਖਿਰਕਾਰ ਅਦਾਲਤਾਂ ਨੂੰ ਇਹੋ ਜਿਹੇ ਆਦੇਸ਼ ਕਰਨੇ ਪੈਣਗੇ, ਭਾਈ ਤੁਸੀਂ ਕਾਨੂੰਨ ਬਣਾਉਣੇ, ਕਾਨੂੰਨ ਦੀ ਰਾਖੀ ਤੇ ਕਾਨੂੰਨ ਦੀ ਵਜ੍ਹਾ ਅਸੀਂ ਵੇਖੀ ਤੁਸੀਂ ਕਿਵੇਂ ਲਾਇਆ, ਕੋਈ ਨਿਰਦੋਸ਼ ਨਹੀਂ ਫਸਾਇਆ ਕਿਤੇ ਤੁਸੀਂ। ਜਿਹੜੀ ਗੱਲ ਤੁਸੀਂ ਕੀਤੀ ਹੈ ਅਕਾਲੀਆਂ ਦੀ, ਅਕਾਲੀਆਂ ਨੂੰ ਵੇਖੋ ਅਸੀਂ ਬੇਵਕੂਫ, ਸਾਡੇ ਲੋਕ ਬੇਵਕੂਫ, ਮੇਰੀ ਗੱਲ ਦਾ ਗੁੱਸਾ। ਜਿਹੜੀ ਗੱਲ ਤੁਸੀਂ ਕੀਤੀ ਹੈ ਅਕਾਲੀਆਂ ਦੀ, ਅਕਾਲੀਆਂ ਨੂੰ ਵੇਖੋ ਅਸੀਂ ਬੇਵਕੂਫ, ਸਾਡੇ ਲੋਕ ਬੇਵਕੂਫ, ਜੀ ਮੇਰੀ ਗੱਲ ਦਾ ਗੁੱਸਾ ਨਾ ਕਰਨ ਵੀਰ ਹੋਣ। 1978 ਦੇ ਵਿੱਚ ਸਾਕਾ ਨੀਲਾ ਤਾਰਾ ਕਿਹਨੇ ਕਰਾਇਆ? ਸੌਰੀ, ਜਿਹੜਾ ਹੈਗਾ ਸੀ ਨਿਰੰਕਾਰੀ ਕਾਂਡ ਕਿਹਨੇ ਕਰਾਇਆ? 83 ਸਾਕਾ ਨੀਲਾ ਤਾਰਾ ਕਿਹਨੇ ਕਰਾਇਆ? 86 ਜਿਹੜੇ ਫੈਡਰੇਸ਼ਨ ਦੇ 4 ਮੁੰਡੇ ਮਾਰੇ ਸੀਗੇ, ਅਜ਼ਾਰ ਆਲਮ SSP ਤੇ ਨਾਲ ADC ਹੈਗਾ ਸੀ ਦਰਬਾਰਾ ਸਿੰਘ, ਗੁਰੂ ਜੀ ਕੋਲ 400 ਇਸ ਟਾਈਮ ਤੇ, ਇਹਨਾਂ ਦੀ ਸ਼ਹਿ ਤੇ ਮਾਰੇ ਗਏ, ਇਹਨਾਂ ਦੇ ਦੇਸ਼ਾਂ ਤੇ ਮਾਰੇ ਗਏ ਸੀ। ਉਹ ਅੱਜ ਅਕਾਲੀ ਦਲ ਦੇ ਚੌਧਰ ਨੇ। ਜਿਸ ਇਜ਼ਾਰ ਆਲਮ ਨੇ ਪੰਜਾਬ ਦੇ ਵਿੱਚ ਮੁੰਡੇ ਚੁਣ ਕੇ ਮਾਰੇ, ਆਪਣੇ ਕੈਟ ਬਣਾਏ, ਮੁੜ ਕੇ ਕੈਟ ਵੀ ਨਹੀਂ ਛੱਡੇ, ਇੱਕ ਕੈਟ ਵੱਜਾ ਸਿਰ ਕੋਈ ਕੋਈ, ਉਹ ਪਤਾ ਨਹੀਂ ਕਿਵੇਂ ਵੱਜ ਗਿਆ, ਮੁੜ ਕੇ ਕੈਟ ਵੀ ਮਾਰ ਦਿੱਤੇ। ਉਦੋਂ ਕੌਣ ਸੀਗਾ? ਉਹਦੇ ਵੀ ਅਕਾਲੀ ਸਨ। ਜਦੋਂ ਬਾਦਲ ਸਾਹਿਬ ਜਾ ਕੇ ਕਹਿੰਦੇ ਸੀ ਪਿੰਡਾਂ ਦੇ ਵਿੱਚ, ਭੁੱਗਾ ਦੇ ਜਾ ਕੇ ਕਹਿੰਦੇ ਸੀ ਵੇਖੋ ਜੀ ਸਾਡੀ ਸਰਕਾਰ ਆਈ ਸੀ, ਫਿਰ ਸਾਰੇ ਫੜ ਕੇ ਅੰਦਰ ਦੇਵਾਂਗੇ ਸੀ। ਅੰਦਰ ਦੇਣ ਦੀ ਬਜਾਏ 1996 ਦੇ ਅਖੀਰ ਦੇ ਵਿੱਚ ਇੱਕ ਮੀਟਿੰਗ ਕੀਤੀ ਪੁਲਿਸ ਅਫਸਰਾਂ ਨਾਲ, ਕਰਾਈ ਇੱਕ ਅਖਬਾਰ ਦੇ ਐਡੀਟਰ ਨੇ ਕੀਤੀ ਸੀ PAP। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਕੀ ਕਿਹਾ ਸੀ ਬਾਦਲ ਸਾਹਿਬ ਨੇ ਉੱਥੇ? ਪੁਲਿਸ ਵਾਲੇ ਕਹਿੰਦੇ ਜੀ ਤੁਸੀਂ ਕਹਿੰਦੇ ਫੜਫੜ ਕਰ ਜਾਓਗੇ, ਆਂਦਾ ਮੈਂ ਕੌਣ ਕਹਿੰਦਾ, ਇਹਦਾ ਤੁਸੀਂ ਕਹਿੰਦੇ ਕਹਿਣ ਦੀ ਗੱਲ ਛੱਡੋ, ਉਹਨੇ ਕਿ ਤੁਸੀਂ ਕੀ ਚਾਹੁੰਦੇ ਹੋ? ਕਹਿੰਦਾ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਜਿਹੜੇ ਕੇਸ ਇਹੋ ਜਿਹੇ ਲੱਗੇ ਉਹਨਾਂ ਦਾ ਖਰਚਾ ਸਰਕਾਰ ਕਰੇ। ਬਾਦਲ ਸਾਹਿਬ ਨੇ ਡਨ। 97 ਸਰਕਾਰ ਬਣੀ ਤੇ ਪਹਿਲਾ ਕੰਮ ਇਹ ਕੀਤਾ ਵੀ ਜਿਨ੍ਹਾਂ ਨੂੰ ਫੜ ਕੇ ਅੰਦਰ ਕਰਨ ਦੀ ਗੱਲ ਕੀਤੀ ਜਾਂਦੀ ਸੀ ਉਹਨਾਂ ਦੇ ਖਰਚੇ ਸਰਕਾਰ ਨੇ ਭਰੇ। ਇਹ ਪੰਥਕ ਸਰਕਾਰ, ਪੰਥਕ ਮੋਗੇ ਦੇ ਰੀਜਨਲ ਸੁਨਾਮੇ ਜਦੋਂ ਹਰਜੀਤ ਮੁੰਡੇ ਨੂੰ ਇੱਕ ਨੂੰ ਗੋਲੀ ਮਾਰੀ ਗਈ ਆ, ਉਸ ਇੰਸਪੈਕਟਰ ਦਰਸ਼ਨਜੀਤ ਸਿੰਘ ਨੂੰ ਜਿਹੜਾ ਸੀ ਗਿਆਨੀ ਸਰਕਾਰ ਨੇ ਕਤਲ ਮਾਫ ਕੀਤਾ ਤੇ ਬਾਦਲ ਨੇ ਕਿਹਾ ਜੇ ਅਸੀਂ ਆਇਆ ਤੇ ਗਲਤ ਮੁਕੱਦਮਾ 302 ਦਾ ਦਰਜ ਕਰਾਂਗੇ, ਤੇ ਬਾਦਲ ਸਾਹਿਬ ਨੇ ਆ ਕੇ ਉਹਨੂੰ ਪ੍ਰਮੋਟ ਕਰਕੇ DSP ਬਣਾਇਆ। ਇਸ ਕਰਕੇ ਸਾਨੂੰ ਅਕਲ ਨਹੀਂ ਆਈ, ਜਿੱਦਾਂ ਨਹੀਂ ਸਮਝ ਜਾਗੇ ਨਾ ਵੀ ਅਸੀਂ ਕਰਨਾ ਕੀ ਆ। ਇਹ ਸਾਡੇ ਦੋਸਤ ਹੀ ਸਾਡੇ ਦੁਸ਼ਮਣ ਨੇ, ਇਹ ਵੋਟਾਂ ਸਾਡੀਆਂ ਲੈ ਕੇ ਸਾਡੇ ਤੇ ਮੁੜ ਕੇ ਜਿਹੜੀ ਉਹ ਤਸ਼ੱਦਦ ਕਰਦੇ, ਉਧਰ ਕੁਝ ਨਾ ਕੁਝ ਬਣ ਜੂਗਾ, ਉਹਨਾਂ ਨੇ ਕੁਛ ਨਹੀਂ ਬਣਨਾ। ਜਿਹੜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਹੈ ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਮੰਨਦੇ ਨੇ, ਮੱਥਾ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਆ, ਉਹਦੀ ਮੰਨਦੇ ਨੇ ਜਦੋਂ ਦੇਖਿਆ ਉਹਦੇ ਚ ਅਸੀਂ
ਇਸ ਕਰਕੇ ਭਾਵੇਂ ਹੋਰ ਵੀ ਇਹ ਬੇਅਦਬੀਆਂ ਕੱਲ ਨੂੰ ਸਰਕਾਰ ਬਣਦੀ ਕੱਲ ਹੀ ਹੋ ਜਾਣ, ਕਿਸੇ ਨੇ ਨੋਟਿਸ ਹੋਣਾ, ਕੁਛ ਨਹੀਂ ਹੋਣਾ, ਕਿਸੇ ਨੂੰ ਇਨਸਾਫ ਨਹੀਂ ਮਿਲਣਾ, ਏਦਾਂ ਹੀ ਕੰਮ ਚੱਲਦਾ ਰਹਿਣਾ ਜੀ। ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਭੱਟੀ ਸਾਹਿਬ, ਮੈਂ 3-4 ਮਿੰਟ ਦੇ ਵਿੱਚ ਇੱਕ ਜਵਾਬ ਤੁਹਾਡੇ ਕੋਲ ਲੈਣਾ ਆ, ਬਸ ਕਿਉਂਕਿ ਸਮਾਂ ਹੋ ਗਿਆ ਵਾ, ਸਵੇਰੇ ਇਸ ਵਕਤ ਉੱਠਣਾ ਵੀ ਆ, ਤੇ ਡੇਲੀ ਬੇਸ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਅਰਲੀ ਉੱਠਣਾ ਹੋਵੇ ਤਾਂ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਇੱਕ ਤਾਂ ਸਿੱਧੂ ਘੇਰਿਆ ਹੋਇਆ ਚਾਰ ਚਫੇਰਿਓਂ ਬਿਆਨਬਾਜ਼ੀ ਮੰਨਾ ਵੀ ਕਰਦਾ ਪਿਆ, ਤੁਸੀਂ ਮੰਨੇ ਬਾਰੇ ਜ਼ਿਆਦਾ ਜਾਣਦੇ ਹੋਗੇ। ਸਿੱਧੂ ਨੇ ਫਿਰ ਬਿਜਲੀ ਸਮਝੌਤਿਆਂ ਬਾਰੇ ਵਾਈਟ ਪੇਪਰ ਜਾਰੀ ਕਰਨ ਦਾ ਰਾਗ ਲਾਪਿਆ, ਨਾਲ ਉਹਨੇ ਸਿੱਧਾ ਨਿਸ਼ਾਨਾ ਲਾਇਆ ਇੱਕ ਵਾਰੀ ਫਿਰ, ਤੂੰ ਆਪਣੀ ਔਕਾਤ ਵਿੱਚ ਰਹਿ ਕੇ ਤੇ ਬੋਲਿਆ ਕਰ, ਅਸੀਂ ਤਾਂ ਕਿਸਾਨਾਂ ਦੀ ਮਦਦ ਲਈ 25 ਲੱਖ ਜੇਬ 'ਚੋਂ ਦਿੱਤੇ, ਤੂੰ ਤਾਂ ਨੇਫੇ ਵਿੱਚੋਂ ਕਦੇ ਦਵਾਨੀ ਤਾਂ ਦੂਰ ਜੂੰ ਵੀ ਨਹੀਂ ਕੱਢ ਕੇ ਦਿੱਤੀ। ਇਹ ਵੀ ਬਿਆਨ ਆ ਉਹਦਾ, ਲੁਟੇਰੇ ਪੰਜਾਬ ਦੇ। ਇਹ ਸਿੱਧਾ ਚੈਲੰਜ ਕੀਤਾ ਉਹਨੇ। ਨਵਜੋਤ ਕੌਰ ਸਿੱਧੂ ਨੇ ਸੁਖਬੀਰ ਬਾਦਲ ਨੂੰ ਝਾੜ ਪਾਈ ਹੈ। ਦੋਵੇਂ ਹਸਬੈਂਡ ਵਾਈਫ ਬਾਰੇ ਤੁਹਾਡਾ ਨਜ਼ਰੀਆ ਕੀ ਹੈ, ਕੀ ਕਹਿਣਾ ਚਾਹੋਗੇ? 25 ਲੱਖ ਕਹਿੰਦਾ ਕਿ ਆਪਣੀ ਪਾਕਟ 'ਚ ਦਿੱਤੇ ਆ, ਮੈਂ ਫਿਰ ਵੀ ਬਿਲਕੁਲ ਨਜ਼ਰੀਆ ਜਿਹੜਾ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਬਿਲਕੁਲ ਠੀਕ ਕਿਹਾ, ਬਿਲਕੁਲ ਠੀਕ ਕਿਹਾ ਉਹਨੇ। ਉਹ ਕਹਿੰਦੀ ਆ ਵੀ ਵੇਖ, ਤੂੰ ਕਹਿੰਦਾ ਵੀ 8,67,000 ਰੁਪਇਆ ਸਾਡਾ ਬਿਜਲੀ ਦਾ ਬਿੱਲ ਪੈਂਡਿੰਗ ਆ, ਬਿਲਕੁਲ ਪੈਂਡਿੰਗ ਆ। ਅਸੀਂ ਬਕਾਇਦਾ ਤੌਰ ਤੇ ਅਪੀਲ ਕੀਤੀ ਸੀ ਵੀ ਸਾਡਾ ਹਾੜੀ ਸੌਣੀ ਸਿਆਲ ਦੇ ਵਿੱਚ ਗਰਮੀਆਂ 'ਚ ਬਿੱਲ ਇੱਕ ਕਿਉਂ ਦਾ। ਬਿਜਲੀ ਬੋਰਡ ਨੇ ਆਪ ਮੰਨਿਆ ਸੀ ਹਾਂ ਕਿਤੇ ਗੜਬੜ ਹੈਗੀ ਹੈ। ਅਸੀਂ ਅਪੀਲ ਪਾਈ ਸੀ ਇਹਦੀ ਜਾਂਚ ਕੀਤੀ ਜਾਵੇ, ਇਹਦੀ ਇਨਕੁਆਇਰੀ ਕੀਤੀ ਜਾਵੇ। ਇਸ ਕਰਕੇ 10 ਲੱਖ ਦੀ ਕਾਰਤਾ ਤੇ 8.67 ਲੱਖ ਰੁਪਏ ਬਿਜਲੀ ਵਾਲੇ ਦੇ ਕਹਿਣ ਤੇ ਵੀ ਚਲੋ ਤੁਸੀਂ ਫੀਸ ਤੋਂ ਬਾਹਰ ਤਾਰ ਦਿਓ। ਲੇਕਿਨ ਸਿੱਧੂ ਸਾਹਿਬ ਨੇ ਜਦੋਂ ਇਹ ਬਿਆਨ ਲੱਗਾ ਉਸੇ ਵੇਲੇ ਚੈੱਕ ਕੱਟ ਕੇ ਉਸੇ ਵੇਲੇ ਉਹਨੇ ਜਿਹੜਾ ਸੀ ਬਿੱਲ ਤਾਰ ਦਿੱਤਾ, ਉਸੇ ਵੇਲੇ ਕੁਛ ਨਹੀਂ ਲਿਖਿਆ, ਹਾਲੀ ਫੀਸ ਪੈਂਡਿੰਗ ਉਹਨਾਂ ਦੀ। ਉਹ ਬੀਬੀ ਨਵਜੋਤ ਕੌਰ ਸਿੱਧੂ ਨੇ ਕਿਹਾ ਵੀ ਤੂੰ ਸੋਚ ਸਮਝ ਕੇ ਬਿਆਨ ਦਿਆ ਕਰ, ਤੈਨੂੰ ਸੁੱਧ ਬੁੱਧ ਆਪਣੀ ਹੈਗੀ ਨਹੀਂ, ਕਦੀ ਤੂੰ ਕਿਸੇ ਗਰੀਬ ਦੀ ਮਦਦ ਕੀਤੀ, ਕਦੀ ਆਪਣੇ ਨੇਫੇ ਦੇ ਵਿੱਚ ਤੂੰ ਚਵਾਨੀ ਕੀ ਕਰਨੀ, ਤੂੰ ਕਦੇ ਜੂ ਨਹੀਂ ਕੱਢੀ ਆਪਣੀ। ਸਾਡੀ ਤੇ ਸਾਡੇ ਇਲਾਕੇ ਦੇ ਵਿੱਚ ਜਦੋਂ ਕਿਸਾਨਾਂ ਦੀ ਜਿਹੜੀ ਫਸਲ ਸੜ ਗਈ ਸੀ ਤੇ 25 ਲੱਖ ਰੁਪਇਆ ਮੁਆਵਜ਼ਾ ਅਸੀਂ ਕੋਲੋਂ ਦੇ ਕੇ ਆਏ ਸੀਗੇ। ਹੋਰ ਵੀ ਕਈ ਜਗ੍ਹਾ ਤੇ ਜਿਹੜਾ ਭਗਤ ਸਿੰਘ ਖਟਕੜ ਕਲਾਂ ਉੱਥੋਂ ਦਾ ਬਿੱਲ ਪੇ ਨਹੀਂ ਸੀ ਹੁੰਦਾ। ਸਿੱਧੂ ਸਾਹਿਬ ਉੱਥੇ ਗਏ, ਉਹਨੇ ਕਿਹਾ ਵੀ ਕੁੰਡੀਆਂ ਕੋਲ ਲਈਆਂ, ਕਹਿੰਦੇ ਜੀ ਬਿੱਲ ਪੇ ਨਹੀਂ ਹੋਇਆ, ਕਿੰਨਾ ਜੀ 2.5 ਲੱਖ ਚੈੱਕ ਕੱਟਿਆ, ਜੀ ਨੂੰ ਐਕਸ਼ਨ ਬੁਲਾਇਆ, ਕਹਿੰਦੇ ਜਾਂ ਚੈੱਕ ਲੈ ਲਾ, ਹੁਣੇ ਕੁੰਡੀਆਂ ਲਾ ਕੇ ਮੀਟਰ ਚਾਲੂ ਕਰੋ। ਫਿਰ ਇੱਕ ਹੈਗਾ ਸੀ ਆਪਣਾ ਮੇਰੇ ਖਿਆਲ ਤੇ ਸਾਜਕਾਰ ਸੀ ਕੋਈ, ਉਹ ਬਿਮਾਰ ਸੀਗਾ, ਬਹੁਤ ਗਰੀਬ ਸੀਗਾ, ਹੋਵੇ ਭਗਤ ਸਿੰਘ ਦਾ ਘਰ ਹੋਵੇ ਭਗਤ ਸਿੰਘ ਦਾ ਘਰ ਤੇ ਬਿੱਲ ਨਾ ਪੇ ਹੁੰਦਾ ਹੋਵੇ ਤੇ ਕੁੰਡੀਆਂ ਲਾਈਆਂ ਹੋਣ ਤੇ ਮੀਟਰ ਕੱਟਿਆ ਹੋਵੇ ਤੇ ਹੋਵੇ ਸ਼ਹੀਦ ਭਗਤ ਸਿੰਘ ਤੇ ਲੱਖ ਲਾਹਨਤਾਂ ਉਹ ਲੀਡਰੋ ਤੁਹਾਡੇ ਜਿਨ੍ਹਾਂ ਹੱਥਾਂ ਨਾਲ ਮੁੜ ਕੇ ਜਾ ਕੇ ਤੁਸੀਂ ਉਹਦੀ ਸ਼ਹੀਦੀ ਦੇ ਉੱਤੇ ਝੂਠੇ ਫੁੱਲਾਂ ਦੇ ਹਾਰ ਲੈ ਕੇ ਜਾ ਕੇ ਪਾਉਂਦੇ ਹੋ, ਲਾਹਨਤਾਂ ਨਹੀਂ ਪਏ? ਬਿਲਕੁਲ ਬਿਲਕੁਲ ਲਾਹਨਤਾਂ, ਬਿਲਕੁਲ ਲਾਹਨਤਾਂ। ਜਿੱਥੇ ਤੁਸੀਂ ਜਿੱਥੇ ਜਿਹੜੀ ਪਾਵਨ ਪਵਿੱਤਰ ਜਗ੍ਹਾ ਤੁਹਾਡੀ ਰਾਜ ਸਭਾ ਲੋਕ ਸਭਾ ਉਹਦੇ ਵਿੱਚ ਤੁਸੀਂ ਚੁਣ ਕੇ ਭੱਟੀ ਸਾਹਿਬ ਤੁਹਾਨੂੰ ਕੋਡ ਕਰਦਾ ਕਿੰਨੇ ਇਹਨਾਂ ਦੇ ਐਲੀਗੇਸ਼ਨ, ਕਿੰਨੇ ਦੋਸ਼ ਤੇ ਕਿੰਨੇ ਇਹਨਾਂ ਦੇ ਮੁਕੱਦਮੇ ਚੱਲਦੇ ਨੇ, ਉਹ ਲੋਕ ਉੱਥੇ ਬੈਠੇ ਤੇ ਤੁਸੀਂ ਫਰ ਤੁਹਾਡੀਆਂ 24 ਘੰਟੇ AC ਵੀ ਚੱਲਦਾ ਤੇ ਹੀਟਰ ਵੀ ਚੱਲਦੇ ਤੇ ਗੱਡੀਆਂ 'ਚ ਪੈਟਰੋਲ ਵੀ, ਤੇ ਜਿਨ੍ਹਾਂ ਦੇਸ਼ ਦੀ ਆਜ਼ਾਦੀ ਵਾਸਤੇ ਫਾਂਸੀ ਦੇ ਰਸੇ ਪਾ ਕੇ ਚੁੰਮ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਆਪਣੀਆਂ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਨਾ ਤਰਨ ਤੇ ਮੀਟਰ ਕੱਟੇ ਹੋਣ। ਕੋਈ ਲਿਖ ਕੇ ਵੇਖੇ ਆਹ ਦੇਸ਼ ਦੀ ਆਜ਼ਾਦੀ ਦੇ ਕੁਰਬਾਨੀ ਦੇ ਕੁਰਬਾਨੀ ਕਰਨ ਵਾਲੇ ਯੋਧਿਆਂ ਦਾ ਹਾਲ ਵਾ ਦੇਸ਼ ਦੇ ਵਿੱਚ। ਇੱਥੇ ਮੀਡੀਆ ਨਹੀਂ ਕੂਕਦਾ, ਇੱਥੇ ਨਹੀਂ ਪੁੱਛਦਾ ਭਾਰਤ। ਡਾਕਟਰ ਨਵਜੋਤ ਨੇ ਵੀ ਕਿਹਾ, ਉਹ ਕਹਿੰਦੀ ਕਿ ਅਸੀਂ ਜੇ ਬਿਮਾਰ ਹੋਏ ਆ ਤੇ ਇਲਾਜ ਆਪਣੀ ਜੇਬ ਚ ਕਰਾਇਆ ਵਾ। ਜੇ ਕਿਤੇ ਸਿੱਧੂ ਸਾਹਿਬ ਬਾਹਰ ਸਰਕਾਰੀ ਕੰਮ ਗਏ ਤੇ ਜਹਾਜ਼ ਦਾ ਕਿਰਾਇਆ ਆਪਣੀ ਜੇਬ ਚ ਖਰਚ ਕੀਤਾ, ਤੁਸੀਂ ਕੀ ਕੀਤਾ? ਤੁਸੀਂ ਆਪਣਾ ਕਿਰਾਇਆ ਉਹ 2 ਗੱਲਾਂ ਭੁੱਲ ਗਈ। ਦੋਵੇਂ ਗੱਲਾਂ ਇਹ ਸੀ ਵੀ ਤੁਹਾਨੂੰ ਪਤਾ ਜਦੋਂ ਬੀਬੀ ਸੁਰਿੰਦਰ ਕੌਰ ਬਾਦਲ ਵਿਦੇਸ਼ ਇਲਾਜ ਕਰਾਉਂਦੀ ਤੇ ਕਰੋੜਾਂ ਰੁਪਏ ਬਿੱਲ ਬਣੇ ਸੀ, ਕਿੱਥੋਂ ਦਿੱਤਾ ਸੀ ਉਹ? ਸਰਕਾਰੀ ਖਜ਼ਾਨੇ ਚ। ਹੁਣ ਅਸੀਂ ਨਹੀਂ ਕਹਿੰਦੇ
ਮਨਪ੍ਰੀਤ ਬਾਦਲ ਨੇ ਇੰਨੀ ਗੱਲ ਕਹੀ ਸੀ ਕਿ ਤਾਈ ਦੇ ਭੋਗ ਤੇ ਲੰਗਰ ਜਿਹੜਾ ਸੀ ਦਮਦਮਾ ਸਾਹਿਬ ਤੋਂ ਆਇਆ ਸੀ, ਨਹੀਂ ਕਹੇ ਮਨਪ੍ਰੀਤ ਬਾਦਲ ਨੇ ਕਿਹਾ, ਅੱਜ ਵੀ ਰਿਕਾਰਡ ਆ। ਤੇ ਫਿਰ ਭਾਈ ਤੁਸੀਂ ਨਵਜੋਤ ਕੋ ਡਾਕਟਰ ਨਵਜੋਤ ਕੋ ਠੀਕ ਕਿਹਾ ਕਿ ਥੋੜਾ ਜਿਹਾ ਸੋਚ ਸਮਝ ਕੇ ਬੋਲਿਆ ਕਰੋ, ਜੇ ਤੁਹਾਨੂੰ ਪਤਾ ਉਲਟਾ ਪੈਣਾ ਤਾਂ ਤੁਸੀਂ ਨਾ ਹੀ ਬੋਲਿਓ ਕੋਈ ਚੰਗੀ ਗੱਲ। ਬਸ ਦੇਖੋ ਗੱਲ ਇਹ ਆ ਕਿ ਉਹ ਘਰ ਦੀ ਸਵਾਣੀ ਆ, ਜੀ ਉਹ ਆਪਣਾ ਇੱਕ ਹੋਰ ਪੁਆਇੰਟ ਹੈ ਵਿੱਚ, ਚਲੋ ਆਪਾਂ ਵਾਈਂਡ ਅਪ ਕਰਦੇ ਹਾਂ। ਘਰ ਦੀ ਸਵਾਣੀ ਹੈ, ਤੇ ਘਰ ਦੀ ਸਵਾਣੀ ਜਿਹੜੀ ਹੁੰਦੀ ਹੈ ਨਾ, ਘਰ ਦੀ ਜਿਹੜੀ ਔਰਤ ਆ ਉਹ ਵੇਖਦੀ ਆ ਕਿ ਮੇਰੇ ਖਰਚੇ ਹੋ ਰਹੇ ਨੇ, ਤੇ ਇਹ ਡੈਫੀਨੇਟਲੀ ਵੀ ਇਹ ਪੀਕ ਤੇ ਹੀ ਕਿਉਂ ਆਉਂਦਾ ਹਨ, ਹਾੜੀ ਸੋਹਣੀ ਪੀਕ ਤੇ ਹੀ ਕਿਉਂ ਆਉਂਦਾ ਹਨ। ਇੱਕ ਬਹੁਤ ਵੱਡਾ ਇਹ ਪੁਆਇੰਟ ਆ ਭਾਰਤ ਵਾਸੀਆਂ ਵਾਸਤੇ ਵੀ, ਉਹ ਬਿੱਲ ਚੈੱਕ ਕਰਨ ਹਨ, ਤੇ ਪੰਜਾਬ ਵਾਸੀਆਂ ਵਾਸਤੇ ਵੀ ਆਪਣਾ ਆਪਣੇ ਬਿੱਲ ਚੈੱਕ ਵੀ ਤੁਹਾਡੇ ਹਰ ਬਿੱਲ ਪੀਕ ਤੇ ਹੀ ਕਿਉਂ ਆਉਂਦੇ ਆ। ਜੇ ਆ ਰਹੇ ਨੇ ਇਹਦਾ ਮਤਲਬ ਤੁਹਾਡਾ ਨਾਟ ਨਵਜੋਤ ਸਿੱਧੂ ਓਨਲੀ, ਮਤਲਬ ਜਿੰਨੇ ਵੀ, ਮੈਂ ਇੱਕ ਵਾਰੀ ਪੜ੍ਹਿਆ ਸੀ ਅਖਬਾਰ ਦੇ ਵਿੱਚ, ਚਲੋ ਅਮਿਤਾਭ ਬੱਚਨ ਇਜ਼ ਬਿਗ ਬੀ ਰਾਈਟ, ਮਤਲਬ ਸਟਾਰ ਹੈ, ਜਦੋਂ ਉਹਦੇ ਗਰਦਸ਼ ਦੇ ਸਿਤਾਰੇ ਜਿਹੜੇ ਸੀਗੇ ਲਮਕੇ ਹੋਏ ਸੀ, ਉਹ ਆਪਣੇ ਘਰ ਦੇ ਬਿੱਲ ਆਪ ਚੈੱਕ ਕਰਦਾ ਹੁੰਦਾ ਸੀ। ਅਖਬਾਰ 'ਚ ਪੜ੍ਹਿਆ ਸੀ, ਕਿਸੇ ਤੱਕ ਸੱਚ ਹੈ ਕਿਸੇ ਤੱਕ ਨਹੀਂ। ਉਹ ਚੈਕਿੰਗ ਕਰਦਾ ਸੀ ਵੀ ਸਾਡੇ ਖਰਚੇ ਕਿੱਥੇ ਕਿੱਥੇ ਐਕਸਟਰਾ ਹੋ ਰਹੇ ਆ ਤੇ ਕਿੱਥੇ ਕਿੱਥੇ ਅਸੀਂ ਸੇਵਿੰਗ ਕਰ। ਅਖਬਾਰ 'ਚ ਸਟੋਰੀ ਛਪੀ ਸੀਗੀ, ਹੈ ਨਾ, ਲਾਂਡਰੀ ਵਗੈਰਾ ਦਾ ਸਭ ਕੁਝ। ਇਸੇ ਤਰ੍ਹਾਂ ਜੇ ਨਵਜੋਤ ਸਿੱਧੂ ਘਰ ਦੀ ਇੱਕ ਸਵਾਣੀ ਮਤਲਬ ਮਾਲਕ ਆ, ਲੇਡੀਜ਼ ਆ, ਉਹ ਚੈੱਕ ਕਰਦੀ ਆ ਵੀ ਸਾਡਾ ਬਿੱਲ ਪੀਕ ਤੇ ਕਿਉਂ ਆ, ਤੇ ਇਹਦਾ ਜੇ ਪੈਂਡਿੰਗ ਹੈਗੀ ਹੈ ਤਾਂ ਉਹ ਵੀ ਪ੍ਰੂਫ ਦੇ ਦੇਵੇ ਵੀ ਆਹ ਸਾਡਾ ਕੇਸ ਵਾ ਇੰਨੀ ਤਰੀਕ ਤੱਕ, ਉਹ ਲੈ ਸਕਦੀ ਬਾਇਲ, ਲੈ ਸਕਦੀ, ਉਹ ਤੋਂ ਦਿਖਾ ਸਕਦੀ ਵੀ ਵੇਖੋ ਅਸੀਂ ਤਾਂ ਐਪਲੀਕੇਸ਼ਨ ਪਾਈ ਹੋਈ, ਸਾਡਾ ਬਿੱਲ ਜਿਹੜਾ ਵਾ ਇੰਨਾ ਕਿਉਂ ਵੱਧ ਆ ਰਿਹਾ। ਪੈਸਾ ਤਾਂ ਸਾਰਿਆਂ ਨੂੰ ਪਿਆਰਾ ਨਾ, ਚਾਹੇ ਉਹ ਨਵਜੋਤ ਆ, ਚਾਹੇ ਪਾਟਿਲ ਸਾਹਿਬ ਤੇ ਚਾਹੇ ਚਾਵਲਾ ਹੈ। ਪੈਸਾ ABC ਜਿੰਨੇ ਮਰਜ਼ੀ ਧਨਾੜ ਹੋ ਜਾਣ, ਹਨਾ, ਸਾਰਿਆਂ ਨੂੰ ਪਿਆਰਾ। ਕੋਈ ਕਿਸੇ ਨੂੰ ਦਿੰਦਾ, ਕਿਸੇ ਨੂੰ ਕੋਈ ਚੁਆਨੀ ਨਹੀਂ ਦਿੰਦਾ ਪਾਟਿਲ ਸਾਹਿਬ ਬਿਨਾਂ ਲੋੜ ਤੋਂ, ਨਹੀਂ ਦਿੰਦਾ ਬਿਲਕੁਲ। ਤੇ ਦਾਨੀ ਵੀ ਪਰੇ ਤੋਂ ਪਰੇ ਆ, ਦਾਨ ਕਰਨ ਵਾਲੇ ਵੀ ਪਰੇ ਤੋਂ ਪਰੇ ਆ, ਬਿਲਕੁਲ ਜੀ ਬਿਲਕੁਲ। ਸੋ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਗੀ। ਸਾਡੇ ਇੱਥੇ ਨਾ ਡਰਾਈਵ ਥਰੂ ਹੈਗੇ ਟਿਮ ਹਾਰਟਨ, ਮਤਲਬ ਚਾਹ ਪਾਣੀ ਵਾਲਾ ਜਿਹੜਾ ਪੀਂਦੇ, ਤੇ ਕਈ ਇਹੋ ਜਿਹੇ ਲੋਕ ਹੁੰਦੇ ਆ, ਬੱਚੀਆਂ ਕੰਮ ਕਰਦੇ ਆ ਵਿੰਡੋ ਤੇ, ਉਹ ਕਹਿਣਗੇ ਮਤਲਬ ਜਿਹੜੇ ਨਾ ਸਾਡੀ ਕਾਫੀ ਆ ਨਾ ਜਿਹੜੀ ਮਤਲਬ ਆਰਡਰ ਕੀਤੀ ਵੀ ਡਬਲ ਚਾਰਜ ਕਰ ਲਾ, ਮੇਰੇ ਵਾਲੇ ਜਿਹੜਾ ਪਿੱਛੇ ਵਾਲਾ ਉਹਨੂੰ ਵੀ ਦੇ ਦਿਓ, ਕ੍ਰਿਸਮਸ ਦੇ ਮੌਕੇ ਤੇ, ਨਵੇਂ ਸਾਲ ਦੇ ਮੌਕੇ ਤੇ, ਜਾਂ ਕੋਈ ਉਹਨਾਂ ਦਾ ਆਪਣਾ ਦਿਨ ਤਿਉਹਾਰ ਹੋਵੇ ਨਾ, ਤੇ ਉਸ ਮੌਕੇ ਤੇ ਉਹ ਜਿਹੜਾ ਉਹਨਾਂ ਦੀ ਪਿਛਲੀ ਗੱਡੀ ਵਾਲਾ ਨਾ ਉਹਦਾ ਖਰਚਾ ਦੇ ਦਿੰਦੇ ਆ, ਚਾਹ ਦਾ ਪਿਆਲਾ ਜਾਂ ਜੋ ਵੀ ਹੈਗਾ, ਮਤਲਬ ਵੀ ਡੋਂਟ ਚਾਰਜ ਹਿਮ, ਕਾਫੀ ਉਹਨੂੰ ਮੇਰੇ ਵੱਲੋਂ ਦੇ ਦੀ, ਜਾਂ ਜੋ ਮੈਂ ਸਮਾਨ ਲਿਆ, ਉਹ ਜਿੰਨਾ ਸਮਾਨ ਉਹਨੇ ਲਿਆ ਹੁੰਦਾ ਉਹਨਾਂ ਉਹਨੂੰ ਦੇ ਦਿੰਦੇ ਆ, ਡਬਲ ਪੇ ਕਰਕੇ ਜਾਂਦੇ ਆ। ਕਿਸੇ ਵੇਲੇ ਉਹ ਡਾਲਰ ਦੀ ਕਾਫੀ ਲੈਂਦੇ, $100 ਟਿਪ ਦੇ ਜਾਂਦੇ। ਇਹੋ ਜਿਹੇ ਦੁਨੀਆ ਦੇ ਬੰਦੇ ਵੀ ਹੈਗੇ ਆ, ਸਾਰੇ ਇੱਕੋ ਜਿਹੇ ਨਹੀਂ ਗਏ। ਸੋ ਇਸ ਕਰਕੇ ਜਿਹੜੀ ਗੱਲ ਉਹਨੇ ਕਹੀ ਆ ਕਿ ਵੀ ਸੋਚ ਸਮਝ ਕੇ ਬੋਲਿਆ ਕਰੋ, ਵੈਸੇ ਇਹੋ ਜਿਹੀਆਂ ਗੱਲਾਂ ਸੋਚ ਸਮਝ ਕੇ ਬੋਲਣੀਆਂ ਚਾਹੀਦੀਆਂ ਵੀ ਬਿੱਲ ਪੈਨਡ ਪਿਆ ਜੀ, ਚਲੋ ਹੁਣ ਦੇਤਾ ਉਹਨੇ। ਜਦੋਂ ਪਿਛਲੀ ਵਾਰੀ ਕੈਪਟਨ ਸਾਹਿਬ ਦੀਆਂ ਚਰਚਾ ਚੱਲਦੀਆਂ ਸੀਗੀਆਂ, ਉਦੋਂ ਦੇ ਮੋਤੀ ਮਹਿਲ ਤੇ ਵੀ ਕਿਤੇ ਕੁੰਡੀਆਂ ਲੱਗੀਆਂ ਹੁੰਦੀਆਂ ਸੀ। ਬਿਲਕੁਲ ਉਹ ਵੀ ਖਬਰਾਂ ਆਈਆਂ ਸੀਗੀਆਂ। ਬਿਲਕੁਲ 8 ਫੀਟ ਦੇ ਕੋਠੀ ਨੂੰ ਮੁੱਖ ਮੰਤਰੀ 8 ਫੀਟ ਵੀ, ਫੇਰ ਜਦੋਂ ਬਾਦਲ ਸਾਹਿਬ ਇਹਨਾਂ ਫਿਰ ਸਾਰੇ ਕੱਟੇ ਸੀ 1 ਫੀਟ ਰਹਿਣ ਪੈਸੇ। ਚਲੋ 8 ਫੀਟਰ ਤੋਂ ਇੱਕ ਬੰਦ ਦੂਜਾ 8 ਫੀਟਰ ਤੋਂ ਲਾਈਟ ਆਉਂਦੀ ਸੀ ਉਹਨਾਂ ਨੂੰ। ਦੱਸੋ ਫਿਰ ਇਹ ਆ ਜੀ, ਇਹ ਹੈਗਾ ਜਿਹਦੀ ਚੱਲਦੀ ਆ ਉਹਦਾ ਰਾਜ ਸਰਕਾਰ। ਬਹੁਤ ਸ਼ੁਕਰੀਆ। ਇੱਕ ਆਪਾਂ ਲਾਸਟ ਤੇ ਗੱਲ ਕਰਨੀ ਜਿਹੜੀ ਗੱਲ ਤੁਸੀਂ ਕੀਤੀ। ਹਾਂਜੀ ਪਲੀਜ਼। ਜਿਹੜਾ ਮਨਜੀਤ ਸਿੰਘ ਮੰਨਾ ਉਹਦੀ ਔਕਾਤ ਕੀ ਹੈ ਸਿੱਧੂ ਦੇ ਬਰਾਬਰ? ਚਲੋ ਹਾਂਜੀ, ਸਿੱਧੂ ਦੇ ਬਰਾਬਰ ਉਹ ਮਾਈਨਸ ਇਸ ਕਰਕੇ ਉਹ ਕਿਸੇ ਦਾ ਭੜਕਾਇਆ ਹੋਇਆ ਬੋਲਣ ਡਿਆ ਤੇ ਤੂੰ ਆਹ ਬੋਲ, ਤੂੰ ਆਹ ਕਹਿੰਦੇ ਮੇਰੇ ਕੋਲ ਫਲਾਣੀ ਫਾਈਲ ਆ, ਢਿੰਗੜੀ ਫਾਈਲ, ਲੋਕੜੀ ਫਾਈਲ ਕੱਢ ਦੇ ਦੱਸ ਦੇ ਕੀ ਫਾਈਲ ਹੈਗੀ ਆ। ਸਿੱਧੂ ਨੇ ਚੰਗਾ ਕੀਤਾ, ਇਹੋ ਜਿਹੇ ਬੰਦੇ ਨੂੰ ਪੱਟੇ ਪਾਉਣ ਦੀ ਲੋੜ ਹੀ ਨਹੀਂ, ਜੋ ਬੋਲਦਾ ਬੋਲੀ ਜਾਵੇ। ਉਹਨੂੰ ਤੁਹਾਨੂੰ ਪਤਾ ਹੋਊਗਾ ਕੈਪਟਨ ਦੇ ਬੰਦਿਆਂ ਦਾ ਸਿੱਧੇ ਰੂਪ ਚ ਪੂਰਾ ਆਸ਼ੀਰਵਾਦ ਹਾਸਲ ਆ। ਜਦੋਂ ਇਹ ਤੁਹਾਨੂੰ ਪਤਾ ਹੋਏਗਾ ਨਾ ਫਸਿਆ ਜੀ ਉਹਦੇ ਆਪਣੀ ਦੁਕਾਨ ਚ, ਚੱਡੇ ਦੇ ਮੁੰਡੇ ਦੇ ਕਾਂਡ ਚ। ਹਾਂਜੀ ਕਿਹਨੇ ਨਾ ਕਢਾਇਆ ਸ਼ੁਰੂ ਇਹਦਾ? ਉਹਨਾਂ ਬੰਦੇ ਕਢਾਇਆ ਸੀ, ਤੈਨੂੰ ਕਢਾਉਣੇ ਕੋਈ ਗੱਲ ਦੀ ਚਿੰਤਾ ਨਹੀਂ ਕਰ, ਇਹਨੂੰ ਪੁੱਛ ਪੜਤਾਲ ਨਹੀਂ ਹੋਈ, ਹਾਲੀ ਕਿ ਨਾ ਬਚਾਉਂਦਾ ਸੀ।
ਇਸ ਕਰਕੇ ਇਹ ਬੰਦੇ ਦੀ ਜਿਹੜੀ ਔਕਾਤ ਨਹੀਂ ਹੈਗੀ ਕਿਸੇ ਦੀ ਬਰਾਬਰਤਾ ਕਰ ਸਕੇ। ਸਿੱਧੂ ਮਤਲਬ ਬਿਲਕੁਲ ਨਹੀਂ ਜਵਾਬ ਦੇਣਾ ਚਾਹੀਦਾ ਉਹਦਾ, ਜੋ ਭੁਗਦਾ ਭੁੱਖ ਜਾਣਦੇ। ਜੀ ਜੀ ਚਲੋ ਪੰਜਾਬੀ ਚ ਮੈਂ ਕਹਾਂਗੀ ਠੀਕ ਹੈ। ਚਲੋ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।